ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਸ਼ਟਰਪਤੀ ਬਾਰੇ। ਜੋ ਅੱਜ ਦੀ ਕਲਾਸ ਹੈ ਉਹ ਬਹੁਤ ਹੀ ਮਹੱਤਵਪੂਰਨ ਰਹੇਗੀ ਮਾਸਟਰ ਕੇਡਰ, ਸੀ-ਟੈਟ ਅਤੇ ਪੀ-ਐਸ-ਟੈਟ ਦੇ ਵਿਦਿਆਰਥੀਆਂ ਦੇ ਲਈ। ਇਸ ਤੋਂ ਪਹਿਲਾਂ ਪਾਰਟ 1 ਜਿਹੜੀ ਵੀਡੀਓ ਆ ਭਾਰਤ ਦੇ ਰਾਸ਼ਟਰਪਤੀ ਦੀ ਬਣ ਚੁੱਕੀ ਆ, ਜਿਸ ਦੇ ਵਿੱਚ ਉਸ ਦੀ ਨਿਯੁਕਤੀ, ਉਸ ਦੀਆਂ ਪਦ ਖਾਲੀ ਹੋਣ 'ਤੇ ਕੌਣ ਸਿਲੈਕਟ ਕੀਤਾ ਜਾਂਦਾ ਅਤੇ ਉਸ ਨੂੰ ਕਿਸ ਤਰ੍ਹਾਂ ਅਹੁਦੇ ਤੋਂ ਉਤਾਰਿਆ ਜਾ ਸਕਦਾ, ਉਸ ਦੇ ਕਾਰਜਕਾਲ, ਤਨਖਾਹ, ਭੱਤਿਆਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਆ ਪਾਰਟ 1 ਵੀਡੀਓ ਦੇ ਵਿੱਚ ਦਿੱਤੀ ਜਾ ਚੁੱਕੀ ਹੈ। ਇਸ ਵੀਡੀਓ ਤੋਂ ਪਹਿਲਾਂ ਜਿਹੜਾ ਵਿਦਿਆਰਥੀਆਂ ਨੇ ਪਾਰਟ 1 ਨਹੀਂ ਦੇਖਿਆ, ਦੇਖਣ ਤੋਂ ਪਹਿਲਾਂ ਪਲੀਜ਼ ਉਸ ਨੂੰ ਵੀ ਜ਼ਰੂਰ ਦੇਖ ਲੈਣਾ, ਤਾਂ ਜੋ ਤੁਹਾਨੂੰ ਜਿਹੜੇ ਭਾਰਤ ਦੇ ਰਾਸ਼ਟਰਪਤੀ ਆ ਉਹਨਾਂ ਦੇ ਬਾਰੇ ਵਿਸਥਾਰਪੂਰਵਕ ਨੌਲੇਜ ਆ ਜਿਹੜੀ ਉਹ ਪ੍ਰਾਪਤ ਹੋ ਸਕੇ। ਸੋ ਅੱਜ ਦੀ ਆਪਾਂ ਵੀਡੀਓ ਜੀ ਸਟਾਰਟ ਕਰਨ ਲੱਗੇ ਹਾਂ। ਅੱਜ ਆਪਾਂ ਕਰਨ ਜਾ ਰਹੇ ਹਾਂ ਜੀ ਰਾਸ਼ਟਰਪਤੀ ਦੀ ਚੋਣ ਵਿਧੀ। ਰਾਸ਼ਟਰਪਤੀ ਨੂੰ ਉਸ ਦੇ ਅਹੁਦੇ ਉੱਪਰ ਕਿਵੇਂ ਚੁਣਿਆ ਜਾਂਦਾ, ਕਿਵੇਂ ਉਸ ਦੀ ਸਿਲੈਕਸ਼ਨ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਚੋਣ ਹੈ ਉਹ ਕਰੂਗੀ ਜੀ ਚੋਣ ਮੰਡਲ ਦੁਆਰਾ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਸੰਸਦ ਦੇ ਦੋਹਾਂ ਸਦਨਾਂ ਭਾਵ ਕਿ ਲੋਕ ਸਭਾ ਅਤੇ ਰਾਜ ਸਭਾ ਦੇ ਦੋਨਾਂ ਸਦਨਾਂ ਦੇ ਮੈਂਬਰ ਹੋਣਗੇ ਚੁਣੇ ਹੋਏ। ਅਤੇ ਇਸ ਤੋਂ ਬਿਨਾਂ ਰਾਜ ਵਿਧਾਨ ਸਭਾਵਾਂ ਜਿਹੜੀਆਂ ਵੱਖ-ਵੱਖ ਰਾਜ ਵਿਧਾਨ ਸਭਾਵਾਂ ਗੀਆਂ ਰਾਜਾਂ ਦੀਆਂ, ਉਹਨਾਂ ਦੇ ਜਿਹੜੇ ਚੁਣੇ ਹੋਏ ਮੈਂਬਰ ਇਸ ਦੇ ਵਿੱਚ ਹਿੱਸਾ ਲੈਣਗੇ। ਇਸ ਤੋਂ ਬਿਨਾਂ ਕੁਝ ਅਜਿਹੇ ਮੈਂਬਰ ਨੇ ਜੋ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਤਾਂ ਉਹ ਕੌਣ-ਕੌਣ ਨੇ ਜੀ? ਸੰਸਦ ਜਾਂ ਰਾਜ ਵਿਧਾਨ ਸਭਾਵਾਂ ਵਿੱਚ ਕ੍ਰਮਵਾਰ ਰਾਸ਼ਟਰਪਤੀ ਅਤੇ ਰਾਜਪਾਲ ਵੱਲੋਂ, ਮਤਲਬ ਹੈ ਕਿ ਸੰਸਦ ਦੇ ਵਿੱਚ ਰਾਸ਼ਟਰਪਤੀ ਜੋ ਮੈਂਬਰ ਨਾਮਜ਼ਦ ਕਰਦਾ, 12 ਮੈਂਬਰ ਨਾਮਜ਼ਦ ਕਰਦਾ, ਸੰਸਦ ਦੇ ਵਿੱਚ ਕੌਣ ਕਰਦਾ? ਰਾਸ਼ਟਰਪਤੀ। ਅਤੇ ਰਾਜ ਵਿਧਾਨ ਸਭਾਵਾਂ ਵਿੱਚ ਕਰਦਾ ਜਿਹੜੇ ਮੈਂਬਰ ਨਾਮਜ਼ਦ ਰਾਜਪਾਲ ਦੁਆਰਾ ਕੀਤੇ ਜਾਂਦੇ ਆ, ਉਹਨਾਂ ਦੋਨਾਂ ਨੂੰ ਇਹਦੇ ਵਿੱਚ ਹਿੱਸਾ ਲੈਣ ਦਾ ਕੋਈ ਅਧਿਕਾਰ ਨਹੀਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ। ਇੱਥੇ 3 ਕੁਐਸਚਨ ਬਣ ਗਏ ਜੀ ਕਿ ਰਾਸ਼ਟਰਪਤੀ ਦੀ ਜਿਹੜੀ ਚੋਣ ਆ ਉਹ ਕਿਸ ਦੇ ਦੁਆਰਾ ਕੀਤੀ ਜਾਂਦੀ ਆ। ਤਾਂ ਪਹਿਲਾਂ ਜਿਹੜਾ ਚੋਣ ਮੰਡਲ ਦੁਆਰਾ, ਅਤੇ ਇਹਦੇ ਵਿੱਚ ਹਿੱਸਾ ਕੌਣ ਲੈ ਸਕਦਾ? ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ। 3rd ਸੀ ਬਣ ਜਾਂਦਾ ਜੀ ਕਿਹੜੇ ਮੈਂਬਰ ਆ ਜਿਹੜੇ ਹਿੱਸਾ ਨਹੀਂ ਲੈ ਸਕਦੇ? ਇੱਕ ਤਾਂ ਰਾਸ਼ਟਰਪਤੀ ਦੁਆਰਾ ਜਿਹੜੇ ਸੰਸਦ ਦੇ ਵਿੱਚ ਨਾਮਜ਼ਦ ਕੀਤੇ ਜਾਂਦੇ ਆ, ਅਤੇ ਦੂਸਰੇ ਵਿਧਾਨ ਸਭਾਵਾਂ ਦੇ ਵਿੱਚ ਜਿਹੜੇ ਕਿ ਰਾਜਪਾਲਾਂ ਦੁਆਰਾ ਸਿਲੈਕਟ ਕੀਤੇ ਜਾਂਦੇ ਆ, ਚੁਣੇ ਜਾਂਦੇ ਆ, ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਸ ਦੀ ਚੋਣ ਦੇ ਵਿੱਚ, ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਣ ਦਾ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ 1992 ਦੀ ਸੋਧ ਦੀ, ਇਸ ਦੇ ਵਿੱਚ ਕੀ ਕਿਹਾ ਗਿਆ ਸੀ ਜੀ? ਪਾਂਡੇਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਨਾ, ਅਤੇ ਰਾਜਧਾਨੀ ਹੈ ਜਿਹੜੀ ਰਾਸ਼ਟਰੀ ਰਾਜਧਾਨੀ ਦਿੱਲੀ ਸੰਘ ਖੇਤਰ, ਇਹਨਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਵੀ ਇਹਦੇ ਵਿੱਚ ਹਿੱਸਾ ਲੈਣਗੇ। ਇੱਕ ਤਾਂ ਪਾਂਡੇਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ, ਅਤੇ ਰਾਜਧਾਨੀ ਦਿੱਲੀ ਆ ਜਿਹੜੀ ਉਹਦੇ ਜਿਹੜੇ ਸੰਘ ਖੇਤਰਾਂ ਦੇ ਚੁਣੇ ਹੋਏ ਮੈਂਬਰ ਆ ਉਹ ਵੀ ਰਾਸ਼ਟਰਪਤੀ ਦੀ ਚੋਣ ਵਿੱਚ ਹਿੱਸਾ ਲੈਣਗੇ। ਇਹ 1992 ਵਿੱਚ ਕਿਹਾ ਗਿਆ ਸੀ। 1992 ਤੋਂ ਪਹਿਲਾਂ ਉਹ ਹਿੱਸਾ ਨਹੀਂ ਲੈ ਸਕਦੇ ਸੀ। ਸੋ ਇੱਥੇ ਵੀ ਇਹ ਕੁਐਸਚਨ ਕਈ ਵਾਰ ਆ ਜਾਂਦਾ ਗਾ। ਨੈਕਸਟ ਜੇ ਆਪਾਂ ਗੱਲ ਕਰੀਏ, ਜੇਕਰ 1997 ਦੀਆਂ 11ਵੀਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 11ਵੀਂ ਚੋਣ ਸੀਗੀ ਜਿਹੜੀ ਰਾਸ਼ਟਰਪਤੀ ਦੀ ਹੋਈ ਸੀ, ਉਹਦੇ ਵਿੱਚ ਇਹਨਾਂ ਨੇ ਹਿੱਸਾ ਲਿਆ ਸੀ। ਕਿਹਨਾਂ ਨੇ? ਪਾਂਡੇਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਅਤੇ ਜਿਹੜੇ ਰਾਜਧਾਨੀ ਦਿੱਲੀ ਸੰਘ ਖੇਤਰ ਆ ਉਹਨਾਂ ਨੇ। ਇਸ ਤੋਂ ਬਿਨਾਂ ਜਿਹੜੀਆਂ 2002, 2007 ਅਤੇ 12 ਦੇ ਵਿੱਚ ਹੋਈਆਂ ਚੋਣਾਂ, ਉਹਨਾਂ ਵਿੱਚ ਵੀ ਇਹਨਾਂ ਨੇ ਹਿੱਸਾ ਲਿਆ ਸੀ। ਹੁਣ ਜੇਕਰ ਆਪਾਂ ਦੇਖੀਏ ਕਿ ਜਿਹੜੀ ਰਾਸ਼ਟਰਪਤੀ ਦੀ ਚੋਣ ਆ ਉਹ ਕਿਵੇਂ ਹੁੰਦੀ ਆ, ਕਿਸ ਧਾਰਾ ਦੀ ਹੁੰਦੀ ਆ, ਠੀਕ ਹੈ, ਕਿਸ ਵਿਧੀ ਦੇ ਦੁਆਰਾ ਹੁੰਦੀ ਆ। ਪਹਿਲੀ ਗੱਲ ਆ ਜੀ, ਇੱਕ ਵੋਟ ਵਾਲਾ ਸਿਧਾਂਤ ਆ ਜਿਹੜਾ ਹੈ ਲਾਗੂ ਨਹੀਂ ਹੋ ਸਕਦਾ, ਭਾਵ ਕਿ ਵਨ ਮੈਨ ਵਨ ਵੋਟ ਆ। ਇਹ ਅਧਿਕਾਰ ਆ ਇਹ ਜਿਹੜਾ ਸਿਧਾਂਤ ਆ ਇਹ ਲਾਗੂ ਨਹੀਂ ਹੋ ਸਕਦਾ ਰਾਸ਼ਟਰਪਤੀ ਦੀ ਚੋਣ 'ਤੇ। ਕਿਉਂ ਨਹੀਂ ਹੋ ਸਕਦਾ? ਕਿਉਂਕਿ ਇਹਦੇ ਵਿੱਚ ਕੀ ਹੁੰਦਾ, ਹੁਣ ਦੇਖੀਏ ਜੇ ਆਪਾਂ ਗੱਲ ਕਰੀਏ, ਕਿਉਂਕਿ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਵੀ ਇਹਦੇ ਵਿੱਚ ਹਿੱਸਾ ਲੈਂਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ, ਅਤੇ ਭਾਰਤੀ ਸੰਸਦ ਦੇ ਮੈਂਬਰ ਲੈਂਦੇ ਆ, ਹੈ ਨਾ। ਤਾਂ ਉਹਨਾਂ ਦੇ ਮੁਕਾਬਲੇ ਹੁਣ ਵੱਖ-ਵੱਖ ਰਾਜ ਆ ਗਏ, ਹਰ ਇੱਕ ਰਾਜ ਦੇ ਵਿੱਚ ਵੱਖ-ਵੱਖ ਮੰਤਰੀ ਹੈਗੇ, ਠੀਕ ਹੈ, ਵੱਖ-ਵੱਖ ਮੈਂਬਰ ਆ ਗਏ। ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਗੀ, ਕਿਸੇ 'ਚ ਲਾ ਲਓ 117, ਕਿਸੇ 'ਚ 115, ਹੈ ਨਾ, ਐਵੇਂ ਆ ਗਈ। ਤਾਂ ਫਿਰ ਕਈਆਂ ਤੋਂ ਤਾਂ ਵੱਧ ਆ ਜਾਣਗੇ ਮੈਂਬਰ, ਕਈਆਂ ਤੋਂ ਘੱਟ ਆ ਜਾਣਗੇ। ਇਸ ਕਰਕੇ
ਇੱਕ ਸਿਧਾਂਤ ਆ ਜਿਹੜਾ ਇੱਕ ਵੋਟ ਵਾਲਾ ਲਾਗੂ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਸੋ ਨੈਕਸਟ ਹੈ ਜੀ 2012 ਦੇ ਵਿੱਚ ਰਾਜ ਵਿਧਾਨ ਸਭਾਵਾਂ ਦੇ ਮੈਂਬਰ ਸੀਗੇ 4896 ਸੀ, ਜਦ ਕਿ ਸੰਸਦ ਦੇ ਜਿਹੜੇ ਚੁਣੇ ਹੋਏ ਮੈਂਬਰ ਸੀ ਉਹ 777 ਸੀ। ਉਹਨਾਂ 777 ਦੇ ਵਿੱਚੋਂ 543 ਸੀ ਲੋਕ ਸਭਾ ਦੇ ਅਤੇ 233 ਸੀ ਰਾਜ ਸਭਾ ਦੇ। ਅਤੇ ਇਸ ਕਰਕੇ ਦੇਖੋ ਹੁਣ ਕਿੰਨਾ ਜ਼ਿਆਦਾ ਫਰਕ ਆ ਆਪਸ ਵਿੱਚ ਹੈ ਨਾ, ਰਾਜ ਵਿਧਾਨ ਸਭਾਵਾਂ ਦੇ ਮੈਂਬਰਾਂ ਦਾ ਅਤੇ ਸੰਸਦ ਦੇ ਮੈਂਬਰਾਂ ਦਾ। ਇਸ ਕਰਕੇ ਜਿਹੜਾ ਇੱਕ ਵੋਟ ਵਾਲਾ ਸਿਧਾਂਤ ਆ ਉਹ ਲਾਗੂ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਜਿਹੜੇ ਰਾਜ ਵਿਧਾਨ ਸਭਾਵਾਂ ਉਹਨਾਂ ਦੇ ਮੈਂਬਰਾਂ ਦੀ ਗਿਣਤੀ ਵੀ ਵੱਖੋ ਵੱਖਰੀ ਆ ਹਰ ਇੱਕ ਰਾਜ ਦੀ ਵਿਧਾਨ ਸਭਾਵਾਂ ਦੀ। ਇਸ ਕਰਕੇ ਇੱਕ ਵੋਟ ਵਾਲਾ ਸਿਧਾਂਤ ਲਾਗੂ ਨਹੀਂ ਹੋ ਸਕਦਾ ਰਾਸ਼ਟਰਪਤੀ ਦੀ ਚੋਣ 'ਤੇ। ਤਾਂ ਇੱਥੇ ਕੁਐਸਚਨ ਇਹ ਆ ਜਾਂਦਾ ਕਈ ਵਾਰ ਕਿ ਕਿਹੜਾ ਸਿਧਾਂਤ ਆ ਜਿਹੜਾ ਰਾਸ਼ਟਰਪਤੀ ਦੀ ਚੋਣ 'ਤੇ ਲਾਗੂ ਨਹੀਂ ਹੁੰਦਾ, ਤਾਂ ਉਹ ਵੋਟ ਪਾ ਸਕਦੇ ਜਿਵੇਂ ਹੁਣ ਪਾਤਕ ਪ੍ਰਣਾਲੀ ਜਾਂ ਫਿਰ ਅਕਹਿਰੀ ਬਦਲਵੀਂ ਵੋਟ, ਠੀਕ ਹੈ, ਜਾਂ ਤਰਜੀਹ ਪ੍ਰਣਾਲੀ ਜਾਂ ਫਿਰ ਇੱਕ ਵੋਟ ਵਾਲਾ ਸਿਧਾਂਤ। ਤਾਂ ਉਹ ਕੀ ਹੋਊਗਾ, ਉੱਥੇ ਇੱਕ ਵੋਟ ਵਾਲਾ ਸਿਧਾਂਤ ਆਪਾਂ ਟਿਕ ਕਰ ਦੇਵਾਂਗੇ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਚੋਣਕਾਰਾਂ ਦੀ ਵੋਟ ਆ ਉਹ ਕਿਵੇਂ ਨਿਸ਼ਚਿਤ ਕੀਤੀ ਜਾਊ ਉਹਨਾਂ ਦੀ ਕੀਮਤ, ਤਾਂ ਜਿਹੜੀ ਇਹ ਵਿਧੀ ਹੈ ਉਹ ਦਿੱਤੀ ਗਈ ਅਨੁਛੇਦ 55 ਦੇ ਵਿੱਚ, ਜਿਸ ਦੇ ਵਿੱਚ ਕੀ ਕਿਹਾ ਗਿਆ ਕਿ ਰਾਜ ਇੱਕ ਫਾਰਮੂਲਾ ਦਿੱਤਾ ਗਿਆ, ਆਪਾਂ ਕਹਿ ਲਈਏ ਕਿਵੇਂ ਜਿਹੜੀ ਕੀਮਤ ਨਿਸ਼ਚਿਤ ਕੀਤੀ ਜਾਊ। ਵੰਡ ਫਲ ਜਾਂ ਵੰਡ ਭਾਗ, ਜਿਹਨੂੰ ਆਪਾਂ ਕਹਿ ਲੈਂਦੇ ਹਾਂ ਜੀ ਡਿਵਾਈਡ ਇੰਗਲਿਸ਼ 'ਚ। ਰਾਜ ਦੀ ਵਸੋਂ ਦੇ ਕੁੱਲ ਅੰਕੜੇ ਲੈਣੇ ਆਪਾਂ। ਰਾਜ ਦੀ ਵਸੋਂ ਮਤਲਬ ਕਿ ਜਿੰਨਾ ਇੱਕ ਰਾਜ ਦੇ ਵਿੱਚ ਉੱਥੋਂ ਦੇ ਲੋਕ ਰਹਿੰਦੇ, ਉੱਥੋਂ ਦੀ ਕਿੰਨੀ ਜਨਗਣਨਾ ਗੀ, ਜਨਸੰਖਿਆ ਕਿੰਨੀ ਆ, ਉਹ ਅੰਕੜੇ ਲੈ ਲੈਣੇ ਆ। ਅਤੇ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਕਿੰਨੇ ਆ, ਜੇ ਉਹ 577 ਆ, ਠੀਕ ਹੈ, ਜਿੰਨੇ ਵੀ ਆ ਉਹ ਲਿਖ ਲੈਣੇ ਆ। ਤਾਂ ਉਹਨਾਂ ਨੂੰ ਜਿਹੜੀ ਰਾਜ ਦੀ ਵਸੋਂ ਦੇ ਕੁੱਲ ਅੰਕੜੇ ਆ ਉਸ ਨੂੰ ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ 'ਤੇ ਭਾਗ ਕਰ ਦੇਣਾ, ਭਾਵ ਕਿ ਡਿਵਾਈਡ ਕਰ ਦੇਣਾ ਗਾ। ਫਿਰ ਉਸ ਤੋਂ ਬਾਅਦ ਜਿਹੜਾ ਵੀ ਵੰਡ ਫਲ ਆ ਗਿਆ, ਜੋ ਵੀ ਆਪਾਂ ਨੂੰ ਆਨਸਰ ਮਿਲ ਗਿਆ, ਰਾਜ ਦੀ ਕੁੱਲ ਵਸੋਂ ਦੇ ਜਿਹੜੇ ਅੰਕੜੇ ਲਿਖ ਕੇ ਅਤੇ ਰਾਜ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਨੂੰ ਭਾਗ ਕਰਕੇ ਇੱਕ ਦੂਜੇ 'ਤੇ ਜਿਹੜਾ ਵੀ ਗੁਣਜ ਹੋ ਗਿਆ ਫਿਰ ਜੋ ਵੀ ਆ ਗਿਆ ਫਲ ਉਹਨੂੰ ਗੁਣਜ ਕਰ ਦੇਣਾ। ਗੁਣਜ ਇੱਥੇ ਜੀ ਮਲਟੀਪਲਾਈ ਨੂੰ ਬੋਲਦੇ ਆ, ਠੀਕ ਹੈ। ਫਿਰ ਆਪਾਂ ਲਿਖ ਲੈਣਾ ਜੀ ਵੰਡ ਫਲ, ਜਿਹੜਾ ਵੀ ਭਾਗ ਕਰਕੇ ਆਇਆ ਆਨਸਰ ਉਹਨੂੰ 1000 'ਤੇ ਵੰਡ ਦੇਣਾ ਗਾ, 1000 'ਤੇ ਡਿਵਾਈਡ ਕਰ ਦੇਣਾ। ਜੋ ਵੀ ਆਨਸਰ ਆਇਆ ਉਸ ਦੇ ਅਨੁਸਾਰ ਜਿਹੜੀ ਵੋਟ ਦੀ ਕੀਮਤ ਨਿਸ਼ਚਿਤ ਕੀਤੀ ਜਾਵੇਗੀ। ਸੋ ਕਲੀਅਰ ਹੋ ਗਿਆ ਹੋਣਾ ਜੀ ਸਭ ਨੂੰ ਆ ਸਕੇ। ਸੋ ਇੱਕ ਵਾਰ ਮੈਂ ਫਿਰ ਐਕਸਪਲੇਨ ਕਰ ਦਿੰਦੀ ਹਾਂ। ਜਿਹੜਾ ਪਹਿਲੀ ਵਿਧੀ ਆ ਉਹਦੇ ਵਿੱਚ ਡਿਵਾਈਡ ਕਰਨੀ ਆ ਰਾਜ ਦੀ ਵਸੋਂ ਦੇ ਕੁੱਲ ਅੰਕੜੇ ਬਟਾ ਰਾਜ ਵਿਧਾਨ ਸਭਾਵਾਂ ਦੇ ਕਿੰਨੇ ਚੁਣੇ ਹੋਏ ਮੈਂਬਰ ਆ ਉਹਨਾਂ ਦੇ ਉੱਪਰ। ਫਿਰ ਜੀ ਉਹਨਾਂ ਨਾਲ ਜਿਹੜਾ ਵੀ ਡਿਵਾਈਡ ਕਰਕੇ ਆਨਸਰ ਆਇਆ ਉਹਨੂੰ ਗੁਣਾ ਕਰ ਦੇਣੀ ਹੈ। ਜੇ ਆਪਾਂ ਕਿਹੜੀ ਡਿਵਾਈਡ ਕਰ ਦੇਣਾ, ਵੰਡ ਦੇਣਾ, ਪਹਿਲਾਂ ਫਿਰ ਉਹਨੂੰ ਗੁਣਾ ਕਰਨਾ ਆਨਸਰ ਨੂੰ, ਵੰਡਫਲ ਕਰ ਦੇਣਾ ਜੀ ਉਹਦਾ ਜਿੰਨਾ ਵੀ ਆਇਆ ਵੰਡਫਲ ਉੱਪਰ ਲਿਖ ਕੇ ਬਟੇ 1000 'ਤੇ ਡਿਵਾਈਡ ਕਰ ਦਿਓ। ਨੈਕਸਟ ਹੈ ਜੀ 1971 ਦੇ ਵਿੱਚ ਜਿਹੜੀ ਆਪਾਂ ਗੱਲ ਕਰੀ ਸੀ ਵੀ ਜਨਗਣਨਾ ਗੀ ਹੈ ਨਾ, ਵੀ ਅੰਕੜੇ ਲਿਖਣੇ ਆ, ਤਾਂ ਉਹ ਕਿਹੜੇ ਅੰਕੜੇ ਹੋਣਗੇ, ਕਿਉਂਕਿ ਹੁਣ ਜੇਕਰ ਵੋਟ ਮੰਨ ਲਓ ਹੁਣ ਰਾਸ਼ਟਰਪਤੀ ਦੀਆਂ ਚੋਣਾਂ ਹੋ ਰਹੀਆਂ ਹੈ ਨਾ ਫੋਰ ਐਗਜ਼ਾਮਪਲ, ਬਟ ਹੋ ਨਹੀਂ ਰਹੀਆਂ ਅਤੇ ਆਪਾਂ ਉਹਦੇ ਵਿੱਚ ਕਹੀਏ ਵੀ ਚੋਣ ਕਰਨੀ ਆ ਤਾਂ ਹੁਣ ਬਈ ਪਹਿਲਾਂ ਜਨਸੰਖਿਆ ਜਿਹੜੀ ਜਨਗਣਨਾ ਉਹ ਕਰੋ ਰਾਜ ਦੀ, ਤਾਂ ਉਹ ਉਵੇਂ ਨਹੀਂ ਹੈ। ਉਸ ਦੇ ਲਈ ਪਹਿਲਾਂ ਹੀ ਜਿਹੜੀ ਇੱਕ ਆਪਾਂ ਕਹਿ ਲਈਏ ਸੋਧ ਜਾਂ ਆਪਾਂ ਕਹਿ ਲਈਏ ਇੱਕ ਕਾਨੂੰਨ ਬਣਾ ਦਿੱਤਾ ਗਿਆ, ਵਿਵਸਥਾ ਕਰ ਦਿੱਤੀ ਗਈ ਹੈ ਭਾਰਤੀ ਸੰਵਿਧਾਨ ਦੇ ਵਿੱਚ। ਉਹ ਕਿਹੜੀ ਵਿਵਸਥਾ, 1976 ਦੀ 42ਵੀਂ ਸੋਧ ਹੋਈ ਸੀਗੀ। 1976 ਦੀ 42ਵੀਂ ਸੋਧ ਹੋਈ ਸੀ, ਸੰਵਿਧਾਨਿਕ ਸੋਧ, ਜਿਹਦੇ ਵਿੱਚ ਕੀ ਕੀਤਾ ਗਿਆ ਸੀ, ਕਿਹਾ ਗਿਆ ਕਿ ਜਿਹੜੇ ਰਾਸ਼ਟਰਪਤੀ ਦੀ ਚੋਣ ਆ ਉਹਦੇ ਚੋਣਕਾਰਾਂ ਦੀ ਜਿਹੜੀ ਵੋਟ ਸੰਖਿਆ ਗੀ, ਜਿਹੜੇ ਚੋਣ ਵਾਲੇ ਵੋਟਰਾਂ ਦੀ ਸੰਖਿਆ ਗੀ, ਉਹ 1971 ਦੇ ਵਿੱਚ ਜਿਹੜੀ ਜਨਗਣਨਾ ਹੋਈ ਆ ਉਹਦੇ ਅਨੁਸਾਰ ਹੀ ਕਰੀ ਜਾਵੇਗੀ। ਵੰਡ ਵੋਟਾਂ ਦੀ ਜਿਹੜੀ ਕੀਮਤ ਆ ਉਸ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਵੇਗੀ। ਭਾਵ ਕਿ ਰਾਜਾਂ ਦੇ ਵਿੱਚ ਜਿਹੜੀ ਜਨਸੰਖਿਆ ਜਨਗਣਨਾ ਦੇ ਅੰਕੜੇ ਆ ਉਹ 1971 ਵਾਲੇ ਹੀ ਰੱਖੇ ਜਾਣਗੇ। ਇਹ ਕਹੀ ਗਈ ਸੀ ਗੱਲ 1976 ਦੀ 42ਵੀਂ ਸੋਧ ਦੇ ਵਿੱਚ। ਆਸ ਹੈ ਕਿ ਤੁਹਾਨੂੰ ਇਹ ਗੱਲ ਕਲੀਅਰ ਹੋ ਚੁੱਕੀ ਹੋਵੇਗੀ। ਨੈਕਸਟ ਹੈ ਜੀ ਇੱਕ ਹੋਰ ਵਿਧੀ ਹੈ ਜਿਹੜੀ ਆਪਾਂ ਕਹਿ ਲਈਏ ਵੋਟ ਸੰਖਿਆ ਨਿਸ਼ਚਿਤ ਕਰਨ ਦੀ, ਸੰਸਦ ਦੇ ਚੁਣੇ ਹੋਏ ਮੈਂਬਰਾਂ ਦੀ ਵੋਟ ਸੰਖਿਆ ਕਿਵੇਂ ਨਿਸ਼ਚਿਤ ਕਰਨੀ ਹੈ। ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ
ਵੋਟਾਂ ਦੀ ਕੁੱਲ ਗਿਣਤੀ। ਹੁਣ ਵੱਖ-ਵੱਖ ਵਿਧਾਨ ਸਭਾਵਾਂ ਭਾਰਤ ਦੇ ਵਿੱਚ, ਤਾਂ ਸਾਰੀਆਂ ਵਿਧਾਨ ਸਭਾਵਾਂ ਦੀਆਂ ਵੋਟਾਂ ਦੀ ਕੁੱਲ ਕਿੰਨੀ ਗਿਣਤੀ ਆ ਉਹ ਲਿਖ ਲੈਣੀ ਆ, ਅਤੇ ਨੀਚੇ ਲਿਖ ਲੈਣੀ ਹੈ ਜੀ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ, ਦੋਨਾਂ ਸਦਨਾਂ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਉਹਨਾਂ ਦੀ ਪਲੱਸ ਕਰਕੇ ਗਿਣਤੀ ਲਿਖ ਲੈਣੀ ਹੈ, ਅਤੇ ਉਹਨਾਂ ਨੂੰ ਕੀ ਕਰ ਦੇਣਾ ਜੀ, ਭਾਗ ਕਰ ਦੇਣਾ, ਡਿਵਾਈਡ ਕਰ ਦੇਣਾ। ਜੋ ਆਨਸਰ ਆਇਆ ਉਸ ਦੇ ਅਨੁਸਾਰ ਜਿਹੜੀ ਕੀਮਤ ਆ ਵੋਟ ਆ ਉਹ ਰੱਖੀ ਜਾਵੇਗੀ। ਨੈਕਸਟ ਆਪਾਂ ਗੱਲ ਕਰੀਏ ਜੀ, ਇਹਨਾਂ ਲਈ ਆਪਾਂ ਕਹਿ ਦਈਏ ਕੌਣ ਜੇਤੂ ਕੌਣ ਹੁੰਦਾ ਗਾ, ਜਿਹੜਾ ਰਾਸ਼ਟਰਪਤੀ ਦੀ ਚੋਣ ਉਹਦੇ ਵਿੱਚ ਕੌਣ ਜੇਤੂ ਹੋਊਗਾ। ਸਭ ਤੋਂ ਪਹਿਲਾਂ ਜੀ ਚੋਣ ਆ ਜਿਹੜੀ, ਇਹ ਇੰਪੋਰਟੈਂਟ ਕੁਐਸਚਨ ਹੈ ਬਹੁਤ ਹੀ, ਕਿ ਜਿਹੜੀ ਰਾਸ਼ਟਰਪਤੀ ਦੀ ਚੋਣ ਆ ਉਹ ਕਿਸ ਦੇ ਆਧਾਰ 'ਤੇ ਹੁੰਦੀ ਆ। ਉਹ ਚੋਣ ਹੁੰਦੀ ਹੈ ਜੀ ਅਨੁਪਾਤਿਕ ਪ੍ਰਤੀਨਿਧਤਾ ਦੇ ਆਧਾਰ 'ਤੇ। ਜਿਹੜੀ ਪ੍ਰਣਾਲੀ ਅਪਣਾਈ ਗਈ ਆ ਉਹ ਹੈ ਜੀ ਅਨੁਪਾਤਿਕ ਪ੍ਰਤੀਨਿਧਤਾ। ਦੈਨ ਹੈ ਜੀ ਚੋਣਕਾਰਾਂ, ਇਹਦਾ ਮਤਲਬ ਕੀ ਹੈ ਜਿਹੜੀ ਅਨੁਪਾਤਿਕ ਪ੍ਰਤੀਨਿਧਤਾ, ਇਸ ਦੇ ਵਿੱਚ ਕੀ ਕਿਹਾ ਗਿਆ, ਚੋਣਕਾਰ ਨੂੰ ਓਨੀਆਂ ਤਰਜੀਹਾਂ ਦੇਣ ਦਾ ਅਧਿਕਾਰ ਹੈ ਜਿੰਨੇ ਉਮੀਦਵਾਰ ਚੋਣ ਲੜ ਰਹੇ ਆ, ਜਿੰਨੇ ਉਮੀਦਵਾਰ ਚੋਣ ਲੜ ਰਹੇ ਆ ਓਨੀਆਂ ਇੱਕ ਚੋਣਕਾਰ ਤਰਜੀਹਾਂ ਦੇ ਸਕਦਾ। ਮੰਨ ਲਓ 5 ਜਾਣੇ ਆ ਜਿਹੜੇ ਉਹ ਚੋਣ ਲੜ ਰਹੇ ਆ ਰਾਸ਼ਟਰਪਤੀ ਦੀ, ਤਾਂ ਜਿਹੜਾ ਚੋਣਕਾਰ ਆ ਉਹ ਆਪਣੀ ਚੋਇਸ ਦੇ ਅਨੁਸਾਰ ਫਸਟ, ਸੈਕਿੰਡ, ਥਰਡ, ਫੋਰਥ, ਫਿਫਥ ਹੈ ਨਾ, ਜਿਹੜਾ ਉਹਨੂੰ ਸਭ ਤੋਂ ਵਧੀਆ ਲੱਗੂ ਉਹਨੂੰ ਪਹਿਲੀ ਤਰਜੀਹ ਦਊ, ਜਿਹੜਾ ਉਹਨੂੰ ਉਦੋਂ ਥੋੜ੍ਹਾ ਜਿਹਾ ਘੱਟ ਲੱਗੂ ਉਹਨੂੰ ਦੂਜੀ, ਫਿਰ ਜਿਹੜਾ ਥਰਡ, ਫਿਰ ਫੋਰਥ, ਫਿਰ ਜਿਹੜਾ ਉਸਨੂੰ ਜਮੇ ਹੀ ਪਸੰਦ ਨਹੀਂ ਹੋਊਗਾ ਉਹਨੂੰ ਫਿਫਥ, ਐਵੇਂ ਉਹ ਤਰਜੀਹ ਦਊਗਾ ਆਪਦੀ ਵੋਟ ਦੀ। ਇਸੇ ਤਰ੍ਹਾਂ ਹੀ ਜਿੰਨਾ ਟਾਈਮ ਉਹਨੂੰ ਨਿਸ਼ਚਿਤ ਕੋਟਾ ਨਹੀਂ ਮਿਲ ਜਾਂਦਾ ਜੇਤੂ ਉਮੀਦਵਾਰ ਨੂੰ, ਜਿੰਨਾ ਟਾਈਮ ਉਹਨੂੰ ਕੋਟਾ ਨਹੀਂ ਮਿਲਦਾ ਵੀ ਹਾਂ ਜਿੰਨਾ ਮੰਨ ਲਓ ਉਹਨਾਂ ਨੇ ਮੰਨ ਲਿਆ ਕਹਿਤਾ ਵੀ 50% ਜਾਂ ਕਹਿ ਲਓ 60% ਆਪਾਂ ਮੰਨ ਲੈਂਦੇ ਹਾਂ ਨਾ ਵੀ ਕੋਟਾ ਚਾਹੀਦਾ ਗਾ, 60% ਵੋਟਾਂ ਚਾਹੀਦੀਆਂ ਹੈਗੀਆਂ ਰਾਸ਼ਟਰਪਤੀ ਬਣਨ ਦੇ ਲਈ, ਤਾਂ ਜਿੰਨਾ ਟਾਈਮ ਇੱਕ ਵਿਅਕਤੀ ਨੂੰ ਉਹ ਨਿਸ਼ਚਿਤ ਕੋਟਾ ਪ੍ਰਾਪਤ ਨਹੀਂ ਹੋ ਜਾਂਦਾ ਉਹਨਾਂ ਟਾਈਮ ਤਰਜੀਹਾਂ ਦੇਈ ਜਾਣਗੇ। ਕਿਵੇਂ ਹੁਣ ਇੱਕ ਪੰਜ ਆ ਮੰਨ ਲਓ ਨਾ, 5 ਵਿਅਕਤੀ ਆ, ਉਹਦੇ ਵਿੱਚੋਂ ਹੁਣ ਜਿਹੜਾ ਸਭ ਤੋਂ ਘੱਟ ਮਿਲੀਆਂ ਉਹਨੂੰ ਕੱਢਤਾ, ਫਿਰ ਇਹਨਾਂ ਨੂੰ 4 ਨੂੰ ਤਰਜੀਹ ਦੇਤੀ, ਫਿਰ ਜੇ ਮੰਨ ਲਓ ਫੋਰਥ ਵਾਲਾ ਉਹਨੂੰ ਘੱਟ ਮਿਲੀਆਂ ਵੋਟਾਂ ਜਿਹੜੇ ਨੂੰ ਉਹਨੂੰ ਕੱਢਤਾ, ਮੰਨ ਲਓ ਫਿਰ ਸੈਕਿੰਡ ਵਾਲੇ ਨੂੰ ਘੱਟ ਮਿਲੀਆਂ, ਠੀਕ ਹੈ, ਉਹਨੂੰ ਕੱਢਤਾ, ਫਿਰ ਫਸਟ ਵਾਲੇ ਨੂੰ ਘੱਟ ਮਿਲੀਆਂ ਉਹਨੂੰ ਕੱਢਤਾ, ਫਿਰ ਜਿਹੜਾ ਥਰਡ ਵਾਲਾ ਹੋਊਗਾ ਓਬਵੀਅਸ ਉਹਨੂੰ ਸਭ ਤੋਂ ਵੱਧ ਹੋ ਹੀ ਜਾਣੀਆਂ ਹੈਗੀਆਂ ਵੋਟਾਂ। ਤਾਂ ਜਿਹੜੇ ਤਰਜੀਹ ਦੇ ਆਧਾਰ 'ਤੇ ਵੋਟ ਦਿੱਤੀ ਜਾਂਦੀ ਹੈ, ਜਿਸ ਨੂੰ ਨਿਸ਼ਚਿਤ ਕੋਟਾ ਪ੍ਰਾਪਤ ਕਰਕੇ ਹੀ ਰਾਸ਼ਟਰਪਤੀ ਬਣਿਆ ਜਾ ਸਕਦਾ। ਕੋਟਾ ਨਿਸ਼ਚਿਤ ਕਰਨ ਦੀ ਵੀ ਇੱਕ ਵਿਧੀ ਹੈ ਜਿਹਦੇ ਵਿੱਚ ਇਹਨਾਂ ਨੇ ਕਿਹਾ ਨਿਸ਼ਚਿਤ ਗਿਣਤੀ ਕਿੰਨੀ ਹੈ ਨਾ, ਬਰਾਬਰ ਨਿਸ਼ਚਿਤ ਗਿਣਤੀ ਦੇ ਉਚਿਤ ਵੋਟਾਂ ਦੀ ਕੁੱਲ ਗਿਣਤੀ ਪਲੱਸ 1/, ਸਥਾਨਾਂ ਦੀ ਕਿੰਨੇ ਸਥਾਨਾਂ ਦੀ ਕੁੱਲ ਗਿਣਤੀ ਪਲੱਸ 1। ਇਹ ਫਾਰਮੂਲਾ ਜਿਹੜਾ ਪੁੱਛ ਲੈਂਦੇ ਆ, ਫਾਰਮੂਲੇ 'ਚ ਪੁੱਛ ਲੈਂਦੇ ਆ ਵੀ ਕਿਹੜਾ ਫਾਰਮੂਲਾ ਕਦੋਂ ਵਰਤਿਆ ਜਾਂਦਾ, ਕਿਹੜਾ ਕਦੋਂ, ਸੋ ਇਹ ਯਾਦ ਰੱਖ ਲੈਣਾ। ਹਾਂਜੀ, ਇਹਦੇ ਵਿੱਚ ਰਾਸ਼ਟਰਪਤੀ ਸਿਰਫ ਉਹ ਵਿਅਕਤੀ ਹੀ ਬਣੂਗਾ ਜਿਸ ਨੂੰ ਪੂਰਨ ਤੌਰ 'ਤੇ ਬਹੁਮਤ ਮਿਲਿਆ ਹੋਵੇ। ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਨਿਸ਼ਚਿਤ ਕੋਟਾ ਨੂੰ ਪ੍ਰਾਪਤ ਕਰਨਾ ਹੀ ਪੈਂਦਾ ਜਿਹੜੇ ਵਿਅਕਤੀ ਨੇ ਰਾਸ਼ਟਰਪਤੀ ਬਣਨਾ ਹੈ। ਚੋਣ ਦਾ ਜਿਹੜਾ ਪ੍ਰਬੰਧ ਆ ਉਹ ਚੋਣ ਆਯੋਗ ਦੁਆਰਾ ਕੀਤਾ ਜਾਂਦਾ ਗਾ। ਨਾਮਜ਼ਦਗੀ ਪੱਤਰ ਦਾਖਲ ਕਰਨ, ਵਾਪਸ ਲੈਣ ਅਤੇ ਚੋਣ ਦੀ ਜਿਹੜੀ ਤਰੀਕ ਨਿਸ਼ਚਿਤ ਕਰਨ ਦੀ ਘੋਸ਼ਣਾ ਉਹ ਚੋਣ ਆਯੋਗ ਦੁਆਰਾ ਕੀਤੀ ਜਾਂਦੀ ਹੈ। ਹਾਂਜੀ, ਜਿਹੜਾ ਚੋਣ ਆਯੋਗ ਆ ਉਹਦੇ ਦੁਆਰਾ ਆਪਾਂ ਕਹਿ ਲਈਏ ਨਾਮਜ਼ਦਗੀ ਪੱਤਰ ਦਾਖਲ ਕਰਦਾ, ਉਹ ਵਾਪਸ ਵੀ ਲੈਣ ਸੰਬੰਧੀ ਜਿਹੜੀ ਜਾਣਕਾਰੀ ਦਿੰਦਾ ਜਾਂ ਚੋਣ ਦੀ ਤਰੀਕ ਨਿਸ਼ਚਿਤ ਕਰਦਾ ਕਦੋਂ ਚੋਣਾਂ ਹੋਣਗੀਆਂ, ਇਹ ਕੰਮ ਆ ਚੋਣ ਆਯੋਗ ਦੇ। ਅੱਜ ਤੱਕ 14 ਵਾਰੀ ਚੋਣਾਂ ਦਾ ਪ੍ਰਬੰਧ ਕੀਤਾ, ਜਿਹੜਾ ਰਾਸ਼ਟਰਪਤੀ ਦੀ ਚੋਣ ਲਈ ਪ੍ਰਬੰਧ ਕੀਤਾ ਚੋਣ ਆਯੋਗ ਨੇ। ਸੰਸਦ ਦੇ ਮੈਂਬਰਾਂ ਲਈ ਸੰਸਦ ਭਵਨ ਚੋਣ ਸਥਾਨ ਹੁੰਦਾ। ਜਿਹੜੇ ਸੰਸਦ ਦੇ ਮੈਂਬਰ ਆ ਉਹ ਸੰਸਦ ਭਵਨ ਵਿੱਚ ਚੋਣ ਮਤਲਬ ਆਪਦੀ ਵੋਟ ਦਿੰਦੇ ਆ। ਇਸ ਤੋਂ ਬਿਨਾਂ ਜੇ ਉਹ ਚਾਹੁਣ ਕਿਸੇ ਕਾਰਨ ਸੰਸਦ ਭਵਨ ਨਹੀਂ ਆ ਸਕਦਾ ਤਾਂ ਉਹ ਕਿਸੇ ਵੀ ਰਾਜ ਵਿਧਾਨ ਮੰਡਲ ਦੇ ਵਿੱਚ ਜਿੱਥੇ ਉਹ ਹੈਗੇ ਆ ਮਤਲਬ ਹੋ ਰਹੀਆਂ ਚੋਣਾਂ, ਠੀਕ ਹੈ, ਰਾਸ਼ਟਰਪਤੀ ਦੇ ਬਾਰੇ, ਤਾਂ ਉੱਥੇ ਦੇ ਸਕਦੇ ਆਪਣੀ ਵੋਟ। ਵਿਧਾਨ ਸਭਾ ਦੇ ਮੈਂਬਰ ਰਾਜ ਦੀ ਰਾਜਧਾਨੀ 'ਚ, ਜਿਹੜੇ ਵਿਧਾਨ ਸਭਾ ਦੇ ਮੈਂਬਰ ਆ ਇੱਕ ਤਾਂ ਉਹਨਾਂ ਦੇ ਰਾਜ ਵਿਧਾਨ ਸਭਾਵਾਂ ਜਿੱਥੇ ਹੋਣਗੀਆਂ ਉੱਥੇ ਵੀ ਹੋਣਗੀਆਂ ਵੋਟਾਂ। ਇਸ ਤੋਂ ਬਿਨਾਂ ਉਹ ਦਿੱਲੀ ਆ ਕੇ ਵੀ ਸੰਸਦ ਭਵਨ ਦੇ ਵਿੱਚ ਆਪਣੀ ਜਿਹੜੇ ਵੋਟ ਆ ਉਹ ਦੇ ਸਕਦੇ ਆ ਰਾਸ਼ਟਰਪਤੀ ਦੇ ਬਾਰੇ। ਦੈਨ ਦਿੱਲੀ ਚੋਣ ਸਥਾਨ 'ਤੇ ਵੀ ਮਤਦਾਨ ਦੀ ਉਹ ਸੇਮ ਹੋ ਗਿਆ ਜੀ, ਵਰਤੋਂ ਜਿਹੜੀ ਵਿਧਾਨ ਸਭਾ ਦੇ ਮੈਂਬਰ ਕਰ ਸਕਦੇ ਨੇ। ਜ਼ਰੂਰੀ ਨਹੀਂ ਕਿ ਉਹ ਉੱਥੇ ਹੀ ਰਾਜ ਵਿਧਾਨ ਸਭਾਵਾਂ ਦੇ ਵਿੱਚ ਹੀ ਕਰਨ ਆਪਦੀ ਜਿਹੜੀ ਵੋਟ ਦੀ ਵਰਤੋਂ, ਮਤਦਾਨ ਦੀ ਵਰਤੋਂ।
ਨੈਕਸਟ ਹੈ ਜੀ ਰਾਸ਼ਟਰਪਤੀ ਦੀ ਚੋਣ ਸੰਬੰਧੀ ਜੇਕਰ ਕੋਈ ਝਗੜਾ ਹੋ ਜਾਂਦਾ, ਕਈ ਵਾਰ ਆਪਸ ਵਿੱਚ ਝਗੜਾ ਹੋ ਜਾਂਦਾ ਹੈ ਨਾ ਰਾਸ਼ਟਰਪਤੀ ਦੀ ਚੋਣ ਦੇ ਸੰਬੰਧੀ ਪਾਰਟੀਜ਼ ਆਪਾਂ ਕਹਿ ਲਈਏ ਜਾਂ ਫਿਰ ਕਿਸੇ ਵੀ ਤਰ੍ਹਾਂ ਝਗੜਾ ਹੋ ਗਿਆ, ਤਾਂ ਉਹ ਜਿਹੜਾ ਝਗੜੇ ਦਾ ਹੱਲ ਆ ਸਿੱਧੇ ਰੂਪ ਵਿੱਚ ਸਰਵਉੱਚ ਅਦਾਲਤ ਦੇ ਵਿੱਚ ਲੈ ਕੇ ਜਾਇਆ ਜਾਵੇਗਾ। ਹੋਰ ਕੋਈ ਵੀ ਅਜਿਹੀ ਅਦਾਲਤ ਨਹੀਂ ਆਪਾਂ ਕਰੀਏ, ਜਾਂ ਆਪਾਂ ਕਹੀਏ ਉੱਚ ਅਦਾਲਤਾਂ ਜਾਂ ਹਾਈ ਕੋਰਟ ਜੋ ਵੀ ਹੈ ਨਾ, ਕਿਸੇ ਵੀ ਅਦਾਲਤ ਦੇ ਵਿੱਚ ਇਹਦੇ ਬਾਰੇ ਜਿਹੜਾ ਲੜਾਈ ਝਗੜਾ ਹੋਊਗਾ ਰਾਸ਼ਟਰਪਤੀ ਦੀ ਚੋਣ ਸੰਬੰਧੀ ਉਸ ਨੂੰ ਨਹੀਂ ਲਿਜਾਇਆ ਜਾ ਸਕਦਾ। ਸਿਰਫ ਔਰ ਸਿਰਫ ਜਿਹੜੇ ਸਰਵਉੱਚ ਅਦਾਲਤ ਹੈ ਉਸ ਦੇ ਵਿੱਚ ਹੀ ਇਸ ਝਗੜੇ ਦਾ ਹੱਲ ਕੀਤਾ ਜਾ ਸਕਦਾ ਹੈ। ਨੈਕਸਟ ਅੱਜ ਆਪਾਂ ਹੁਣ ਕਰਾਂਗੇ ਜੀ ਰਾਸ਼ਟਰਪਤੀ ਦੀਆਂ ਸ਼ਕਤੀਆਂ। ਆਸ ਹੈ ਕਿ ਤੁਹਾਨੂੰ ਜਿਹੜੇ ਪਹਿਲਾਂ ਵਾਲੀ ਦੀ ਚੋਣ ਵਿਧੀ ਸਮਝ ਆ ਚੁੱਕੀ ਹੋਵੇਗੀ। ਅਤੇ ਹੁਣ ਆਪਾਂ ਜੀ ਗੱਲ ਕਰਨ ਜਾ ਰਹੇ ਹਾਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਦੇ ਬਾਰੇ। ਪਹਿਲੀ ਹੈ ਜੀ ਕਾਰਜਕਾਰੀ ਸ਼ਕਤੀਆਂ। ਉਹ ਸਾਰੇ ਵਿਸ਼ੇ ਜਿਸ 'ਤੇ ਸੰਸਦ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਆ ਰਾਸ਼ਟਰਪਤੀ ਨੂੰ ਵੀ ਆ, ਠੀਕ ਹੈ। ਪਹਿਲੇ ਨੰਬਰ 'ਤੇ ਹੈ ਜੀ, ਪਰ ਉਹ ਐਵੇਂ ਨਹੀਂ ਹੈਗਾ ਵੀ ਸਿੱਧੇ ਡਾਇਰੈਕਟਲੀ ਕਾਨੂੰਨ ਬਣਾ ਦੂ ਕੋਈ, ਨਹੀਂ, ਉਹਨੂੰ ਸੰਸਦ ਦੀ ਸਲਾਹ ਦੇ ਅਨੁਸਾਰ ਹੀ ਕੰਮ ਕਰਨਾ ਪੈਂਦਾ ਗਾ। ਪਹਿਲੀਆਂ ਨਿਯੁਕਤੀਆਂ ਕਿਹੜੀਆਂ ਕਰਦਾ ਜਿਹੜਾ ਰਾਸ਼ਟਰਪਤੀ ਹੈ? ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਜਿਹੜੀ ਨਿਯੁਕਤੀ ਹੈ, ਚਾਹੇ ਆਪਾਂ ਕਹਿ ਲਈਏ ਪੂਰਨ ਤੌਰ 'ਤੇ ਇਹਨੂੰ ਖੋਲ੍ਹਣੀ ਹੈਗੀ, ਪਰ ਫਿਰ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈਗਾ ਰਾਸ਼ਟਰਪਤੀ ਦਾ। ਪ੍ਰਧਾਨ ਮੰਤਰੀ ਦੀ ਚੋਣ ਸੰਬੰਧੀ ਇਹਦੇ ਸੰਘ ਦੇ ਦੂਸਰੇ ਮੰਤਰੀ ਹੋ ਗਏ, ਅਟਾਰਨੀ ਜਨਰਲ, ਕੰਟਰੋਲਰ, ਐਡੀਟਰ ਜਨਰਲ, ਸਰਵਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਚੋਣ, ਰਾਜਪਾਲ ਆ ਜਿਹੜੇ ਰਾਜਾਂ ਦੇ ਚੋਣ। ਇਸ ਦੇ ਬਾਰੇ ਬਹੁਤ ਕੁਐਸ਼ਨ ਆਉਂਦਾ ਜੀ, ਰਾਜਪਾਲਾਂ ਦੀ ਚੋਣ ਮਤਲਬ ਰਾਜਪਾਲ ਦੀ ਚੋਣ ਕਿਸ ਦੁਆਰਾ ਕੀਤੀ ਜਾਂਦੀ ਹੈ, ਤਾਂ ਉਹ ਰਾਸ਼ਟਰਪਤੀ ਆਏਗਾ ਆਨਸਰ। ਅਕਸਰ ਹੀ ਇਹ ਕੁਐਸ਼ਨ ਆ ਜਿਹੜਾ ਆ ਜਾਂਦਾ ਪੇਪਰਾਂ ਦੇ ਵਿੱਚ, ਸੋ ਧਿਆਨ ਨਾਲ ਕਰਨਾ ਜਿਹੜੀਆਂ ਇਹ ਰਾਸ਼ਟਰਪਤੀ ਨਿਯੁਕਤੀਆਂ ਕਰ ਸਕਦਾ। ਦੈਨ ਚੋਣ ਕਮਿਸ਼ਨਰ, ਰਾਜਦੂਤ ਹੁੰਦੇ ਆ ਜਿਹੜੇ ਜੀ ਵਿਦੇਸ਼ਾਂ ਦੇ ਵਿੱਚ ਆਪਾਂ ਸੰਧੀਆਂ ਸਮਝੌਤੇ ਕਰਨ ਦੇ ਲਈ ਭੇਜਦੇ, ਉਹਨਾਂ ਦੀ ਨਿਯੁਕਤੀ ਵੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਬਿਨਾਂ ਵੱਖ-ਵੱਖ ਆਯੋਗ ਆ ਜਿਹੜੇ ਯੋਗਾਂ ਦੇ ਮੈਂਬਰ ਅਤੇ ਅਧਿਆਕਸ਼ਾਂ ਦੀ ਆਪਾਂ ਕਹਿ ਲਈਏ ਨਿਯੁਕਤੀ ਆ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਉਹ ਕਿਹੜੇ ਆਯੋਗ ਨੇ? ਨੰਬਰ 1 ਹੈ ਜੀ ਅੰਤਰਰਾਜ ਪ੍ਰੀਸ਼ਦ, ਜਿਹਨੂੰ ਆਪਾਂ ਇੰਗਲਿਸ਼ 'ਚ ਇੰਟਰਸਟੇਟ ਕੌਂਸਲ ਦੇ ਨਾਂ ਨਾਲ ਪੁਕਾਰਦੇ ਹਾਂ। ਸੈਕਿੰਡ ਵਨ ਹੈ ਜੀ ਸੰਘੀ ਲੋਕ ਸੇਵਾ ਆਯੋਗ, ਇਨ ਇੰਗਲਿਸ਼ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ। ਕਿਉਂਕਿ ਇਹ ਮੈਂ ਇੰਗਲਿਸ਼ 'ਚ ਤਾਂ ਲਿਖਿਆ, ਕਈ ਵਾਰ ਸਮਝ ਨਹੀਂ ਆਉਂਦੇ, ਆਪਾਂ ਇੰਗਲਿਸ਼ 'ਚ ਹੀ ਪੜ੍ਹੇ ਹੁੰਦੇ ਆ, ਪੰਜਾਬੀ 'ਚ ਪਤਾ ਨਹੀਂ ਚੱਲਦਾ, ਥੋੜ੍ਹੀ ਪੰਜਾਬੀ 'ਚ ਵਰਡਿੰਗ ਔਖੀ ਹੁੰਦੀ ਹੈ, ਟਫ ਹੋ ਜਾਂਦੀ ਆ। ਥਰਡ ਵਨ ਹੈ ਜੀ ਸਾਂਝਾ ਪ੍ਰਾਂਤਿਕ ਲੋਕ ਸੇਵਾ ਆਯੋਗ, ਜੁਆਇੰਟ ਸਟੇਟ ਪਬਲਿਕ ਸਰਵਿਸ ਕਮਿਸ਼ਨ। ਦੈਨ ਫੋਰਥ ਵਿੱਤ ਆਯੋਗ, ਫਾਈਨਾਂਸ ਕਮਿਸ਼ਨ ਬੋਲਦੇ ਆ ਜਿਸ ਨੂੰ। ਚੋਣ ਆਯੋਗ, ਇਲੈਕਸ਼ਨ ਕਮਿਸ਼ਨ। ਅਨੁਸੂਚਿਤ ਜਾਤੀਆਂ ਲਈ ਰਾਸ਼ਟਰੀ ਆਯੋਗ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ। 7th ਹੈ ਜੀ ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਆਯੋਗ, ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਟਰਾਈਬਸ। ਐਂਡ 8th ਭਾਸ਼ਾ ਆਯੋਗ, ਲੈਂਗੁਏਜ ਕਮਿਸ਼ਨ। ਦੈਨ 9th ਹੈ ਜੀ ਮਨੁੱਖੀ ਅਧਿਕਾਰਾਂ ਲਈ ਰਾਸ਼ਟਰੀ ਆਯੋਗ, ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ। ਸੋ ਇਹਨਾਂ ਦੇ ਜਿਹੜੇ ਇਹ ਚੋਣ ਆਯੋਗ ਆ, ਇਹਨਾਂ ਦੇ ਮੈਂਬਰ ਆ, ਇਹਨਾਂ ਦੇ ਅਧਿਆਕਸ਼ਾਂ ਦੀ ਜਿਹੜੀ ਚੋਣ ਆ ਰਾਸ਼ਟਰਪਤੀ ਦੇ ਦੁਆਰਾ ਕੀਤੀ ਜਾਂਦੀ ਹੈ। ਹਾਂਜੀ, ਨੈਕਸਟ ਆਪਾਂ ਦੇਖਦੇ ਹਾਂ ਜੀ ਇਹ ਜਿਹੜੇ ਰਾਸ਼ਟਰਪਤੀ ਹੁੰਦੇ ਆ ਸੈਨਾ ਦੇ ਆਪਾਂ ਕਹੀਏ ਮੁਖੀ ਹੁੰਦੇ ਆ, ਸਰਵਉੱਚ ਸੈਨਾ ਦੇ। ਸੈਨਿਕ ਸ਼ਕਤੀਆਂ ਇਹਨਾਂ ਨੂੰ ਪ੍ਰਾਪਤ ਆ। ਸਰਵਉੱਚ ਸੈਨਾਪਤੀ ਹੁੰਦੇ ਆ ਜਿਹੜੇ ਸੈਨਾ ਹੁੰਦੀ ਆ ਉਹਨਾਂ ਦੇ ਮੁੱਖ ਸੈਨਾਪਤੀ ਕਹਿ ਲਓ, ਚਾਹੇ ਸਰਵਉੱਚ ਸੈਨਾਪਤੀ ਕਹਿ ਲਓ, ਠੀਕ ਹੈ। ਇਹਨਾਂ ਦੇ ਕੰਟਰੋਲ ਇਹਦੀ ਨਹੀਂ ਹੁੰਦੀ ਹੈ ਜਿਹੜੀ ਸੈਨਾ ਹੁੰਦੀ ਹੈ, ਪਰ ਸੰਸਦ ਦੀ ਪ੍ਰਵਾਨਗੀ ਲੈਣੀ ਪੈਂਦੀ ਆ ਹਰ ਇੱਕ ਕੰਮ ਕਰਨ ਦੇ ਲਈ। ਅਤੇ ਕੋਈ ਵੀ ਇਹ ਨਹੀਂ ਹੈਗਾ ਵੀ ਜੇ ਇਹ ਸਰਵਉੱਚ ਸੈਨਾਪਤੀ ਤਾਂ ਆਪਣੀ ਮਨਮਰਜ਼ੀ ਕਰਨਗੇ, ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ। ਸੰਸਦ ਦੀ ਪ੍ਰਵਾਨਗੀ ਬਿਨਾਂ ਇਹ ਨਾ ਤਾਂ ਯੁੱਧ ਦੀ ਘੋਸ਼ਣਾ ਕਰ ਸਕਦੇ ਆ ਅਤੇ ਨਾ ਹੀ ਹਥਿਆਰ ਆ ਜਿਹੜੇ ਉਹ ਯੂਜ਼ ਕਰ ਸਕਦੇ ਹੈਗੇ ਵਿਦਆਊਟ ਐਨੀ ਪਰਮਿਸ਼ਨ ਆਫ ਪਾਰਲੀਮੈਂਟ। ਸੋ ਹਥਿਆਰਬੰਦ ਯੁੱਧ ਜਾਂ ਆਪਾਂ ਕਹਿ ਲਈਏ ਜਾਂ ਕਿਸੇ ਵੀ ਤਰ੍ਹਾਂ ਦਾ ਯੁੱਧ ਦੀ ਘੋਸ਼ਣਾ ਰਾਸ਼ਟਰਪਤੀ ਨਹੀਂ ਕਰ ਸਕਦਾ ਸੰਸਦ ਦੀ ਪ੍ਰਵਾਨਗੀ ਤੋਂ ਬਿਨਾਂ, ਚਾਹੇ ਉਹ ਸਰਵਉੱਚ ਸੈਨਾਪਤੀ ਆ। ਸੈਕਿੰਡ ਹੈ ਜੀ ਕੂਟਨੀਤਿਕ ਸ਼ਕਤੀਆਂ। ਭਾਰਤ ਦੀ ਪ੍ਰਤੀਨਿਧਤਾ ਕਰਦੇ ਆ ਜਿਹੜੇ ਰਾਸ਼ਟਰਪਤੀ ਆ, ਠੀਕ ਹੈ। ਭਾਰਤ ਨੂੰ ਰੀਪ੍ਰਜੈਂਟ ਕਰਦੇ ਆ ਆਪਣੇ ਜਿਹੜੇ ਰਾਸ਼ਟਰਪਤੀ ਆ, ਭਾਵ ਕਿ ਕਿਸੇ ਵੀ ਦੇਸ਼ ਦੇ ਵਿੱਚ ਜਾਣਾ ਤਾਂ ਉਹ ਜਿਹੜੇ ਰੀਪ੍ਰਜੈਂਟ ਕਰਨਗੇ ਉਹ ਦੇਸ਼ ਦੇ ਰਾਸ਼ਟਰਪਤੀ ਹੀ ਹੋਣਗੇ। ਇਹ ਰਾਜਦੂਤ ਆ ਜਿਹੜੇ ਵੱਖ-ਵੱਖ ਦੇਸ਼ਾਂ ਨਾਲ ਸੰਧੀਆਂ ਸਮਝੌਤੇ ਕਰਨ ਲਈ ਭੇਜਦੇ ਹੈਗੇ, ਉਹਨਾਂ ਦੀ ਨਿਯੁਕਤੀ ਹਮੇਸ਼ਾ ਹੀ ਜਿਹੜਾ ਰਾਸ਼ਟਰਪਤੀ ਕਰਨਗੇ।
ਵਿਦੇਸ਼ੀ ਰਾਜਦੂਤਾਂ ਨੂੰ ਜਿਹੜੇ ਬਾਹਰ ਤੋਂ ਆਉਂਦੇ ਆ, ਹੋਰ ਦੇਸ਼ਾਂ ਤੋਂ ਆਉਂਦੇ ਆ, ਠੀਕ ਹੈ, ਆਪਣੇ ਦੇਸ਼ ਦੇ ਵਿੱਚ ਵਿਜ਼ਿਟ ਕਰਦੇ ਆ, ਆਪਾਂ ਦੇਖਦੇ ਹੀ ਆ ਨਾ, ਨਿਊਜ਼ ਦੇ ਵਿੱਚ ਆ ਜਾਂਦੇ ਆ। ਸੋ ਉਹਨਾਂ ਵਿਦੇਸ਼ੀ ਰਾਜਦੂਤਾਂ ਨੂੰ ਸਵੀਕਾਰ ਕਰਨ ਦਾ ਜਿਹੜਾ ਕੰਮ ਵੀ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ। ਇਸ ਤੋਂ ਬਿਨਾਂ ਵਿਦੇਸ਼ੀ ਸੰਧੀਆਂ, ਸਮਝੌਤੇ, ਕੋਈ ਵੀ ਸੰਧੀ ਸਮਝੌਤਾ ਹੋਵੇ ਉਹਦੇ ਉੱਪਰ ਇਹਨਾਂ ਦੇ ਰਾਸ਼ਟਰਪਤੀ ਦੇ ਨਾਂ 'ਤੇ ਹੀ ਹੁੰਦੇ ਆ ਉਹ ਸਾਰੇ ਸਮਝੌਤੇ, ਅਤੇ ਇਹਨਾਂ ਦੇ ਦਸਤਖਤ ਹੋਣੇ ਬਹੁਤ ਜ਼ਰੂਰੀ ਹੈ। ਉਸ ਤੋਂ ਬਿਨਾਂ ਕੋਈ ਵੀ ਸੰਧੀ ਸਮਝੌਤਾ ਜਿਹੜਾ ਲਾਗੂ ਨਹੀਂ ਹੋ ਸਕਦਾ। ਰਾਜ ਸਰਕਾਰਾਂ ਅਤੇ ਨੂੰ ਨਿਰਦੇਸ਼ ਦੇ, ਇਸ ਤੋਂ ਬਿਨਾਂ ਜਿਹੜਾ ਰਾਜ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਨਿਰਦੇਸ਼ ਦੇ ਸਕਦੇ ਨੇ ਸੰਘੀ ਕਾਨੂੰਨਾਂ ਦੀ ਪਾਲਣਾ ਸੰਬੰਧੀ, ਵੀ ਜਿਹੜੇ ਸੰਘੀ ਕਾਨੂੰਨ ਹੈ, ਕੇਂਦਰੀ ਕਾਨੂੰਨ ਹੈ, ਉਹਨਾਂ ਦੀ ਪਾਲਣਾ ਕਰੋ। ਸੋ ਉਹਨਾਂ ਸੰਬੰਧੀ ਨਿਰਦੇਸ਼ ਵੀ ਰਾਸ਼ਟਰਪਤੀ ਦੇ ਸਕਦਾ ਹੈ। ਦੈਨ ਸੰਘੀ ਜਾਂ ਕੇਂਦਰੀ ਪ੍ਰਦੇਸ਼ਾਂ ਦਾ ਪ੍ਰਬੰਧ, ਜਿਹੜੇ ਸੰਘੀ ਜਾਂ ਕੇਂਦਰੀ ਪ੍ਰਦੇਸ਼ ਆ ਉਹਨਾਂ ਦਾ ਪ੍ਰਬੰਧ ਵੀ ਰਾਸ਼ਟਰਪਤੀ ਦੇ ਨਾਂ ਉੱਪਰ ਹੀ ਚੱਲਦਾ ਜੀ। ਹਾਂਜੀ, ਨੈਕਸਟ ਆਪਾਂ ਕਰਾਂਗੇ ਇਹ ਸੀ ਉਹਨਾਂ ਦੀਆਂ ਕਾਰਜਕਾਰੀ ਸ਼ਕਤੀਆਂ। ਹੁਣ ਆਪਾਂ ਕਰਾਂਗੇ ਜੀ ਵਿਧਾਨਿਕ ਸ਼ਕਤੀਆਂ ਕਿਹੜੀਆਂ-ਕਿਹੜੀਆਂ, ਵਿਧਾਨਿਕ ਸ਼ਕਤੀਆਂ ਉਹਨਾਂ ਨੂੰ ਕਿਹੜੀਆਂ ਪ੍ਰਾਪਤ ਨੇ। ਰਾਸ਼ਟਰਪਤੀ ਸੰਸਦ ਦਾ ਸਮਾਗਮ ਬੁਲਾ ਸਕਦਾ ਜਦੋਂ ਉਹਨਾਂ ਨੂੰ ਲੱਗੇ ਵੀ ਕੋਈ ਜ਼ਰੂਰੀ ਕੰਮ ਹੈ ਜਾਂ ਫਿਰ ਸਮਾਗਮ ਕੋਈ ਵੀ ਪਹਿਲੇ ਉਹਨਾਂ ਨੇ ਕੋਈ ਡਿਸਕਸ਼ਨ ਕਰਨਾ, ਦੈਟ ਇਜ਼ ਵੈਰੀ ਇੰਪੋਰਟੈਂਟ। ਸੋ ਉਹ ਕੀ ਕਰ ਸਕਦੇ ਨੇ, ਸਮਾਗਮ ਬੁਲਾ ਸਕਦੇ ਨੇ ਅਤੇ ਮੁਲਤਵੀ ਵੀ ਕਰ ਸਕਦੇ ਆ, ਅਤੇ ਵਿਸ਼ੇਸ਼ ਸਮਾਗਮ ਬਣਾਉਣ ਲਈ ਵੀ ਕਹਿ ਸਕਦੇ ਆ, ਅਤੇ ਲੋਕ ਸਭਾ ਨੂੰ ਭੰਗ ਕਰਨ ਦਾ ਅਧਿਕਾਰ ਵੀ ਹੈ ਇਹਨਾਂ ਨੂੰ, ਠੀਕ ਹੈ ਨਾ ਜੀ। ਸੇ ਨੈਕਸਟ 3 ਵਾਰੀ ਭੰਗ ਹੋਈ ਆ ਜਿਹੜੀ, ਇਹ ਐਵੇਂ ਨਹੀਂ ਹੈਗਾ ਕਿ ਆਪਣੀ ਮਨਮਰਜ਼ੀ ਦੇ ਨਾਲ ਲੋਕ ਸਭਾ ਨੂੰ ਭੰਗ ਕਰ ਦੇਣਗੇ। ਮੰਤਰੀ ਮੰਡਲ ਅਤੇ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਿਨਾਂ ਜੇ ਉਹਨਾਂ ਨੂੰ ਉਹ ਲਿਖ ਕੇ ਦਿੰਦੇ ਆ ਜਾਂ ਉਹ ਕਹਿੰਦੇ ਆ ਵੀ ਹਾਂ ਮੰਗ ਕਰਦੇ ਆ ਵੀ ਨਾ ਜਿਹੜੀ ਲੋਕ ਸਭਾ ਗੀ ਉਹ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ, ਤਾਂ ਉਸ ਨੂੰ ਭੰਗ ਕਰ ਸਕਦੀ ਹੈ। ਅਤੇ ਭਾਰਤ ਦੇ ਵਿੱਚ ਹੋਈ ਵੀ ਆ ਭੰਗ। ਕਦੋਂ ਹੋਈ ਆ ਜੀ? ਸਭ ਤੋਂ ਪਹਿਲਾਂ ਜੀ 3 ਵਾਰ ਹੋਈ ਚੁੱਕੀ ਹੈ। ਕੁਐਸਚਨ ਆ ਜਾਂਦਾ ਕਿ ਲੋਕ ਸਭਾ ਨੂੰ ਕਿੰਨੇ ਵਾਰ ਭੰਗ ਕੀਤਾ ਗਿਆ? 3 ਵਾਰ ਕੀਤਾ ਗਿਆ। ਸਭ ਤੋਂ ਪਹਿਲਾਂ ਹੋਈ ਸੀ 4 ਦਸੰਬਰ 1997 ਨੂੰ। KR ਨਾਰਾਇਣਨ ਸੀਗੇ ਜਿਹੜੇ ਉਸ ਸਮੇਂ ਰਾਸ਼ਟਰਪਤੀ ਸੀਗੇ। ਪ੍ਰਧਾਨ ਮੰਤਰੀ ਸੀ ਇੰਦਰ ਕੁਮਾਰ ਗੁਜਰਾਲ। ਉਹਨਾਂ ਦੇ ਕਹਿਣ 'ਤੇ 18 ਮਹੀਨਿਆਂ ਦੇ ਮਗਰੋਂ ਹੀ 11ਵੀਂ ਲੋਕ ਸਭਾ ਜਿਹੜੀ ਭੰਗ ਕਰ ਦਿੱਤੀ ਗਈ ਸੀ। ਸੋ ਧਿਆਨ ਨਾਲ ਕਰ ਲੈਣਾ, ਜਿਹੜੀ ਸਭ ਤੋਂ ਪਹਿਲਾਂ 11ਵੀਂ ਲੋਕ ਸਭਾ ਭੰਗ ਕੀਤੀ ਗਈ ਸੀ ਉਸ ਸਮੇਂ ਰਾਸ਼ਟਰਪਤੀ ਸੀ KR ਨਾਰਾਇਣਨ ਅਤੇ ਪ੍ਰਧਾਨ ਮੰਤਰੀ ਸੀ ਇੰਦਰ ਕੁਮਾਰ ਗੁਜਰਾਲ। 1997 ਦੇ ਵਿੱਚ ਭੰਗ ਕੀਤੀ ਸੀ ਅਤੇ 18 ਮਹੀਨਿਆਂ ਦੇ ਬਾਅਦ ਹੀ ਇਸ ਨੂੰ ਭੰਗ ਕਰ ਦਿੱਤਾ ਗਿਆ ਸੀ। ਅਤੇ ਸੈਕਿੰਡ ਜਿਹੜੀ ਲੋਕ ਸਭਾ ਸੀ ਉਹ ਭੰਗ ਕੀਤੀ ਗਈ ਸੀ 26 ਅਪ੍ਰੈਲ 1999 ਨੂੰ। ਉਸ ਸਮੇਂ KR ਨਾਰਾਇਣਨ ਹੀ ਸੀਗੇ ਰਾਸ਼ਟਰਪਤੀ, ਪਰ ਪ੍ਰਧਾਨ ਮੰਤਰੀ ਬਦਲ ਚੁੱਕੇ ਸੀ ਜੋ ਕਿ ਸੀ ਵਾਜਪਾਈ, ਅਟਲ ਬਿਹਾਰੀ ਵਾਜਪਾਈ। ਅਤੇ 13.5 ਮਹੀਨੇ ਹੋਏ ਸੀਗੇ 12ਵੀਂ ਲੋਕ ਸਭਾ ਵੀ ਇਹਨਾਂ ਨੇ ਭੰਗ ਕਰ ਦਿੱਤੀ ਸੀਗੀ। ਦੈਨ ਥਰਡ ਹੈ ਜੀ 6 ਫਰਵਰੀ 2004 ਨੂੰ ਡਾਕਟਰ APJ ਅਬਦੁਲ ਕਲਾਮ ਰਾਸ਼ਟਰਪਤੀ ਸੀਗੇ ਅਤੇ ਉਸ ਸਮੇਂ ਪ੍ਰਧਾਨ ਮੰਤਰੀ ਸੀ ਵਾਜਪਾਈ। 13ਵੀਂ ਲੋਕ ਸਭਾ ਸੀ 8 ਮਹੀਨਿਆਂ ਦੇ ਬਾਅਦ ਹੀ ਭੰਗ ਕਰ ਦਿੱਤੀ ਗਈ ਸੀਗੀ। ਸੋ ਇਹ ਧਿਆਨ ਨਾਲ ਕਰ ਲੈਣਾ, ਇਹਨਾਂ ਦੇ ਵਿੱਚੋਂ ਕੁਐਸਚਨ ਆ ਸਕਦਾ ਜੀ। 97, 99 ਅਤੇ 2004 ਦੇ ਵਿੱਚ ਕੀਤੀ ਗਈ ਸੀ ਭੰਗ ਲੋਕ ਸਭਾ। ਦੈਨ ਨੈਕਸਟ ਹੈ ਜੀ ਹੋਰ ਕਿਹੜੇ ਕੰਮ ਕਰਦੇ ਆ ਜੀ ਜੋ ਰਾਸ਼ਟਰਪਤੀ ਹੈ? ਦੋਵਾਂ ਸਦਨਾਂ ਦੀ ਸੰਯੁਕਤ ਬੈਠਕ 'ਚ ਭਾਸ਼ਣ ਦੇ ਸਕਦਾ, ਦੋਨਾਂ ਨੂੰ ਬੁਲਾ ਕੇ, ਠੀਕ ਹੈ, ਕੋਈ ਵੀ ਲੜਾਈ ਝਗੜਾ ਹੁੰਦਾ ਜਾਂ ਫਿਰ ਕੋਈ ਵੀ ਉਹਨਾਂ ਨੇ ਆਪਣਾ ਕੋਈ ਸੁਜੈਸ਼ਨ ਦੇਣਾ ਤਾਂ ਦੋਨਾਂ ਦੀ ਸਾਂਝੀ ਬੈਠਕ ਆ ਜਿਹੜੀ ਸੰਯੁਕਤ ਬੈਠਕ ਆ ਉਹ ਬੁਲਾ ਸਕਦਾ ਅਤੇ ਉੱਥੇ ਭਾਸ਼ਣ ਦੇ ਸਕਦੇ ਨੇ ਰਾਸ਼ਟਰਪਤੀ। ਸੰਸਦ ਨੂੰ ਕਿਸੇ ਬਿੱਲ ਸੰਬੰਧੀ ਸੰਦੇਸ਼ ਭੇਜਣਾ, ਵੀ ਕਿਸੇ ਵੀ ਬਿੱਲ ਸੰਬੰਧੀ ਸੰਦੇਸ਼ ਭੇਜਣ ਲਈ ਮੰਗ ਕਰ ਸਕਦੇ ਆ ਜਾਂ ਉਹਨਾਂ ਨੂੰ ਕਹਿ ਸਕਦੇ ਆ ਵੀ ਮੈਨੂੰ ਇਹਦੇ ਉੱਤੇ ਵੀ ਜਾਣਕਾਰੀ ਚਾਹੀਦੀ ਹੈ, ਠੀਕ ਹੈ ਨਾ। ਦੈਨ ਹੈ ਜੀ ਨਵੀਂ ਸੰਸਦ ਦਾ ਪਹਿਲਾ ਅਤੇ ਹਰ ਸਾਲ ਦਾ ਪਹਿਲਾ ਸਮਾਗਮ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ। ਇਸ ਤੋਂ ਬਿਨਾਂ ਇਹ ਕੁਐਸਚਨ ਆ ਜਿਹੜਾ ਬਹੁਤ ਹੀ ਇੰਪੋਰਟੈਂਟ ਹੈ, ਅਕਸਰ ਇਹ ਆ ਜਾਂਦਾ ਕਿ ਜਿਹੜਾ ਸੰਸਦ ਦੇ ਵਿੱਚ ਸਭ ਤੋਂ ਪਹਿਲਾਂ ਭਾਸ਼ਣ ਕੌਣ ਦਿੰਦਾ ਹੈ? ਹਰ ਸਾਲ ਜਦੋਂ ਵੀ ਸਟਾਰਟ ਕਰਦੇ ਆ ਸਮਾਗਮ, ਨਵੀਂ ਸੰਸਦ ਹੈ, ਠੀਕ ਹੈ, ਤਾਂ ਉਹਦਾ ਭਾਸ਼ਣ ਹਰ ਸਾਲ ਨਵਾਂ ਸ਼ੁਰੂ ਆਪਾਂ ਕਰੀਏ ਸਟਾਰਟ ਕਰਨਾ ਤਾਂ ਉਹ ਸਭ ਤੋਂ ਪਹਿਲਾਂ ਭਾਸ਼ਣ ਦੇਊਗਾ ਜੀ ਰਾਸ਼ਟਰਪਤੀ। ਬਿੱਲ ਸੰਬੰਧੀ ਮਤਭੇਦ ਹੋ ਜਾਂਦਾ, ਕਿਸੇ ਵੀ ਤਰ੍ਹਾਂ ਦਾ ਕੋਈ ਬਿੱਲ ਆ ਉਹਦੇ 'ਤੇ ਮਤਭੇਦ ਹੋ ਗਿਆ ਨਾ ਲੋਕ ਸਭਾ ਅਤੇ ਰਾਜ ਸਭਾ ਦੇ ਵਿਚਕਾਰ, ਤਾਂ ਇਹਨਾਂ ਦਾ ਸਾਂਝਾ ਸਮਾਗਮ ਕੌਣ ਬੁਲਾਊਗਾ? ਰਾਸ਼ਟਰਪਤੀ ਬੁਲਾਊ ਅਤੇ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਬਾਰੇ ਸੋਚਣਗੇ। ਇਸ ਤੋਂ ਬਿਨਾਂ ਰਾਜਾਂ ਦੀਆਂ ਜਿਹੜੀਆਂ ਹੱਦਾਂ, ਨਾਂ ਦੀ ਤਬਦੀਲੀਆਂ ਉਹ ਰਾਸ਼ਟਰਪਤੀ ਦੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਨੇਪਰੇ ਨਹੀਂ ਚੜ੍ਹ ਸਕਦੀਆਂ। ਜੋ ਵੀ ਰਾਜਾਂ ਦੀਆਂ ਹੱਦਾਂ ਨੇ, ਜੇ ਉਹਨਾਂ ਨੂੰ ਨਾਂ ਚੇਂਜ ਕਰਨਾ ਕਿਸੇ ਰਾਜ ਦਾ ਜਾਂ ਕਿਸੇ ਰਾਜ ਦੀ ਹੱਦ ਦੇ ਵਿੱਚ ਤਬਦੀਲੀ ਕਰਨੀ ਹੈ ਤਾਂ ਉਸ ਦੇ ਉੱਪਰ ਅਗੇਤਰੀ ਪ੍ਰਵਾਨਗੀ ਰਾਸ਼ਟਰਪਤੀ ਦੀ ਹੋਣੀ ਬਹੁਤ ਲਾਜ਼ਮੀ ਹੈ, ਉਸ ਤੋਂ ਬਿਨਾਂ ਇਹ ਪਾਸ ਨਹੀਂ ਕੀਤੀਆਂ ਜਾ ਸਕਦੀਆਂ। ਵਿੱਤ ਬਿੱਲ ਆ ਜਿਹੜੇ ਉਹਦੇ ਉੱਤੇ ਵੀ ਪ੍ਰਵਾਨਗੀ ਅਗੇਤਰੀ ਇਹਨਾਂ ਦੀ ਲੈਣੀ ਪੈਂਦੀ ਆ।
ਲੋਕ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਉਨਾ ਟਾਈਮ ਵਿਦ ਬਿੱਲ ਜਿੰਨਾ ਟਾਈਮ ਇਹਦੇ ਉੱਪਰ ਰਾਸ਼ਟਰਪਤੀ ਦੀ ਪ੍ਰਵਾਨਗੀ ਨਹੀਂ ਮਿਲਦੀ। ਦੋਹਾਂ ਸਦਨਾਂ ਤੋਂ ਬਾਅਦ ਪ੍ਰਵਾਨਗੀ ਜ਼ਰੂਰੀ ਹੈ। ਫਿਰ ਦੋਨਾਂ ਸਦਨਾਂ ਤੋਂ ਜਦੋਂ ਬਿੱਲ ਪਾਸ ਹੋ ਜਾਂਦਾ ਫਿਰ ਇਹਨਾਂ ਦੀ ਜਿਹੜੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ। ਜਿਹੜਾ ਰਾਸ਼ਟਰਪਤੀ ਹੈ ਉਸ ਨੂੰ ਖੇਡ ਅਧਿਕਾਰ ਵੀ ਪ੍ਰਾਪਤ ਹੈ, ਭਾਵ ਕਿ ਵੀਟੋ ਸ਼ਕਤੀ ਦੀ ਵਰਤੋਂ ਕਰ ਸਕਦੇ ਨੇ ਉਹ। ਨੈਕਸਟ ਹੈ ਜੀ ਸਾਹਿਤ, ਵਿਗਿਆਨ, ਕਲਾ, ਸਮਾਜ ਸੇਵਾ ਪ੍ਰਸਿੱਧੀ। ਜਿਨ੍ਹਾਂ ਵਿਅਕਤੀਆਂ ਨੇ ਸਾਹਿਤ ਦੇ ਵਿੱਚ, ਵਿਗਿਆਨ ਦੇ ਵਿੱਚ, ਠੀਕ ਹੈ, ਸਾਹਿਤ ਲਿਟਰੇਚਰ ਆਪਾਂ ਜਿੱਦਾਂ ਕਹਿ ਲਈਏ ਕਿਵੇਂ ਪੋਇਟਰੀ ਵਗੈਰਾ ਹੋ ਗਈ ਜਾਂ ਨੋਵਲ, ਠੀਕ ਹੈ, ਜਾਂ ਉਹ ਆਪਾਂ ਪੜ੍ਹਦੇ ਹਾਂ ਸਾਹਿਤ, ਅਤੇ ਜਾਂ ਫਿਰ ਵਿਗਿਆਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਤਰੱਕੀ ਕੀਤੀ ਹੋਵੇ, ਕੋਈ ਪ੍ਰਸਿੱਧੀ ਹਾਸਲ ਕੀਤੀ ਹੋਵੇ, ਕੋਈ ਖੋਜ ਵਗੈਰਾ ਕੀਤੀ ਹੈ, ਜਾਂ ਕਲਾ ਦੇ ਖੇਤਰ ਦੇ ਵਿੱਚ, ਸਮਾਜ ਸੇਵਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਹਨਾਂ ਦੇ ਵਿੱਚ ਕੋਈ ਵੀ ਪ੍ਰਸਿੱਧੀ ਹਾਸਲ ਕੀਤੀ ਆ, ਉਹਨਾਂ ਵਿੱਚੋਂ 12 ਵਿਅਕਤੀਆਂ ਨੂੰ ਰਾਜ ਸਭਾ ਦੇ ਮੈਂਬਰ ਚੁਣ ਸਕਦਾ, ਜਿਨ੍ਹਾਂ ਦੇ ਵਿੱਚੋਂ 2 ਐਂਗਲੋ ਇੰਡੀਅਨ ਨਾਮਜ਼ਦ ਕਰ ਸਕਦਾ। ਐਂਗਲੋ ਇੰਡੀਅਨ ਹੁੰਦੇ ਆ ਜੀ ਜਿਹੜੇ ਬਾਹਰੋਂ ਆ ਕੇ ਇੱਧਰ ਵਸੇ ਹੋਣ ਲੋਕ, ਉਹਨਾਂ ਨੂੰ ਐਂਗਲੋ ਇੰਡੀਅਨ ਕਹਿੰਦੇ ਆ। ਅਤੇ ਕਈ ਵਾਰ ਇਹਨਾਂ ਨੂੰ ਲੱਗਦਾ ਵੀ ਅਸੀਂ ਜਿਹੜੇ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਤਾਂ ਉਸ ਕਰਕੇ ਇਹਨਾਂ ਦੇ ਜਿਹੜੇ 2 ਮੈਂਬਰ ਹੈ ਉਹ ਸਿਲੈਕਟ ਕੀਤੇ ਜਾਂਦੇ ਆ ਰਾਸ਼ਟਰਪਤੀ ਦੇ ਦੁਆਰਾ, ਐਂਗਲੋ ਇੰਡੀਅਨ। ਦੈਨ ਅਧਿਆਦੇਸ਼ ਜਾਰੀ ਕਰਨ ਦਾ ਅਧਿਕਾਰ। ਜੇਕਰ ਸੰਸਦ ਦਾ ਸਮਾਗਮ ਨਹੀਂ ਹੋ ਰਿਹਾ ਜਾਂ ਲੱਗਦਾ ਕਾਨੂੰਨ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਿਹਾ, ਤਾਂ ਇਹ ਕੀ ਅਧਿਆਦੇਸ਼ ਜਾਰੀ ਕਰ ਸਕਦੇ, ਜੋ ਕਿ ਭਾਵ ਕਿ ਕਾਨੂੰਨ ਦੇ ਬਰਾਬਰ ਹੀ ਅਧਿਆਦੇਸ਼ ਮੰਨਿਆ ਜਾਵੇਗਾ। ਅਤੇ 6 ਹਫ਼ਤਿਆਂ ਦੀ ਮਿਆਦ ਹੁੰਦੀ ਹੈ ਉਹਦੀ, ਅਤੇ ਉਸ ਤੋਂ ਜਿਹੜਾ ਅਧਿਆਦੇਸ਼ ਆ ਸਿਰਫ 6 ਹਫ਼ਤੇ ਹੀ ਚੱਲ ਸਕਦਾ, ਉਸ ਤੋਂ ਵੱਧ ਨਹੀਂ। ਉਸ ਤੋਂ ਬਾਅਦ ਇਸ ਤੋਂ ਬਿਨਾਂ ਜਿਹੜੇ ਕਾਨੂੰਨ ਆ ਅਤੇ ਸੰਸਦ ਦਾ ਜੇ ਕੋਈ ਕਾਨੂੰਨ ਬਣਦਾ ਦੇਸ਼ ਦੇ ਸੰਬੰਧ ਉੱਤੇ ਸੰਸਦ ਦੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ, ਅਤੇ ਰਾਸ਼ਟਰਪਤੀ ਆਪਣੀ ਕੋਈ ਵੀ ਮਨਮਰਜ਼ੀ ਨਹੀਂ ਕਰ ਸਕਦਾ। ਸੋ ਇੱਥੇ ਕੁਐਸਚਨ ਇਹ ਆ ਜਾਂਦਾ ਕਿ ਅਧਿਆਦੇਸ਼ ਕਿੰਨਾ ਟਾਈਮ ਜਾਰੀ ਰਹਿੰਦਾ, ਉਹਦੀ ਮਿਆਦ ਕਿੰਨੀ ਦੀ? 6 ਹਫ਼ਤਿਆਂ ਤੱਕ। ਇਸ ਤੋਂ ਪਹਿਲਾਂ ਵੀ ਜਿਹੜਾ ਅਧਿਆਦੇਸ਼ ਉਹਨੂੰ ਖਤਮ ਕੀਤਾ ਜਾ ਸਕਦਾ। ਅਤੇ ਸਰਵਉੱਚ ਅਦਾਲਤ ਦੀ ਸਲਾਹਕਾਰੀ ਰਾਏ ਪ੍ਰਾਪਤ ਕਰਦੇ ਆ ਇਹ ਰਾਸ਼ਟਰਪਤੀ, ਕੋਈ ਵੀ ਸਲਾਹ ਹੈਗੀ ਉਹ ਰਾਸ਼ਟਰਪਤੀ ਸਰਵਉੱਚ ਅਦਾਲਤ ਤੋਂ ਲੈਣਗੇ। ਦੈਨ ਹੈ ਜੀ 4th ਵਿੱਤੀ ਸ਼ਕਤੀਆਂ। ਆਪਾਂ ਕਰ ਲਈਆਂ ਕਾਰਜਕਾਰੀ, ਵਿਧਾਨਕ ਸ਼ਕਤੀਆਂ, ਕਾਰਜਕਾਰੀ। ਅਤੇ ਜੀ ਹੁਣ ਆਪਾਂ ਗੱਲ ਕਰ ਰਹੇ ਹਾਂ ਵਿੱਤੀ ਸ਼ਕਤੀਆਂ ਦੇ ਬਾਰੇ। ਇਹਨਾਂ ਨੂੰ ਕੁਝ ਵਿੱਤੀ ਸ਼ਕਤੀਆਂ ਵੀ ਆ। ਕੋਈ ਵੀ ਵਿੱਤ ਬਿੱਲ ਆ ਉਹ ਇਹਨਾਂ ਦੀ ਅਗੇਤਰੀ ਪ੍ਰਵਾਨਗੀ ਤੋਂ ਬਿਨਾਂ ਨੇਪਰੇ ਨਹੀਂ ਚੜ੍ਹੇਗਾ। ਇਹਨਾਂ ਦੀ ਅਗੇਤਰੀ ਪ੍ਰਵਾਨਗੀ ਲੈਣੀ ਬਹੁਤ ਜ਼ਰੂਰੀ ਹੈ। ਹਰ ਸਾਲ ਅਨੁਮਾਨਿਤ ਖਰਚਾ, ਕਿੰਨਾ ਅਨੁਮਾਨ ਮਤਲਬ ਗੈਸ ਕਰਨਾ ਹੁੰਦਾ, ਅਨੁਮਾਨਿਤ ਹੈ ਨਾ, ਐਕਸਪੈਕਟ ਕਰ ਲੈਣਾ ਕਿਸੇ ਚੀਜ਼ ਨੂੰ, ਐਕਸਪੈਕਟਡ ਜੋ ਵੀ ਇਹਨਾਂ ਦਾ ਹੁੰਦਾ ਵੀ ਖਰਚਾ ਇੰਨਾ ਹੋਊਗਾ। ਅਤੇ ਆਮਦਨ ਦਾ ਜੋ ਵੀ ਵੇਰਵਾ ਹੋਊ, ਇਨਕਮ ਦਾ ਜੋ ਵੀ ਵੇਰਵਾ ਗਾ ਉਹ ਸੰਸਦ ਦੇ ਵਿੱਚ ਪੇਸ਼ ਕਰਾਉਂਦਾ, ਠੀਕ ਹੈ। ਰਾਸ਼ਟਰਪਤੀ ਕਹਿੰਦਾ ਵੀ ਸਾਰਾ ਅਨੁਮਾਨਿਤ ਖਰਚ ਦੱਸੋ, ਅਤੇ ਆਮਦਨ ਦਾ ਵੇਰਵਾ ਕਿਹਨੂੰ ਦਿਓ? ਜਾ ਕੇ ਸੰਸਦ ਨੂੰ। ਟੈਕਸ ਤੋਂ ਪ੍ਰਾਪਤ ਜਿਹੜਾ ਧਨ ਹੈ, ਜਿਹੜੀ ਆਮਦਨ ਇਹਨਾਂ ਨੂੰ ਟੈਕਸ ਤੋਂ ਪ੍ਰਾਪਤ ਹੁੰਦੀ ਹੈ, ਉਹ ਧਨ ਸੰਘ ਅਤੇ ਰਾਜ ਸਰਕਾਰਾਂ ਦੋਨਾਂ ਦੇ ਵਿਚਕਾਰ ਕੌਣ ਵੰਡੂਗਾ? ਰਾਸ਼ਟਰਪਤੀ। ਦੈਨ ਹੈ ਜੀ ਭਾਰਤ ਦੇ ਅਚਨਚੇਤ ਫੰਡ ਦੀ ਜਿਹੜੀ ਵਰਤੋਂ ਇੱਛਾ ਅਨੁਸਾਰ ਵਿੱਤ ਕਮਿਸ਼ਨ ਨਿਯੁਕਤ ਕਰ ਸਕਦਾ, ਜਿਹੜੇ ਅਚਨਚੇਤ ਫੰਡ ਆ ਉਹਦੀ ਵਰਤੋਂ ਹੈ ਆਪਣੀ ਇੱਛਾ ਅਨੁਸਾਰ ਕਰ ਸਕਦਾ ਰਾਸ਼ਟਰਪਤੀ। ਵਿੱਤ ਕਮਿਸ਼ਨ ਨਿਯੁਕਤ ਕਰ ਸਕਦਾ। ਹੁਣ ਤੱਕ ਜੀ 14 ਵਿੱਤ ਆਯੋਗ ਬਣ ਚੁੱਕੇ ਆ, 15 ਵਿੱਤ ਆਯੋਗ ਬਣੇ ਆ ਹੁਣ ਤੱਕ। ਹੁਣ 15ਵਾਂ ਚੱਲ ਰਿਹਾ ਹੈਗਾ। ਜਿਹੜਾ 14ਵਾਂ ਵਿੱਤ ਆਯੋਗ ਸੀ ਉਹ 2 ਜਨਵਰੀ 2014 ਦੇ ਵਿੱਚ ਬਣਿਆ ਸੀ। ਇਹਦੇ ਮੁਖੀ ਸੀਗੇ ਜੀ ਬਾਈ ਵੀ ਰੈਡੀ। ਦੈਨ ਸਕੱਤਰ ਸੀ ਜੀ 14ਵੇਂ ਵਿੱਤ ਆਯੋਗ ਦੇ ਸ੍ਰੀ ਅਜੇ ਨਿਰੰਜਨ ਝਾਅ। ਮੈਂਬਰ ਨੇ ਇਹਦੇ ਸ਼੍ਰੀ ਸੀਗੇ ਜੋ ਸ੍ਰੀ ਸੁਸ਼ਮਾ ਨਾਥ, ਸ਼੍ਰੀ ਐਮ ਗੋਬਿੰਦ ਰਾਓ ਅਤੇ ਸ੍ਰੀ ਸੁਦੀਪਤੋ ਮੰਡਲ। ਅਤੇ ਜੋ ਅੱਜ ਆ ਹੁਣ ਪ੍ਰੈਜ਼ੈਂਟ ਟਾਈਮ ਵਿੱਚ ਹੁਣ ਚੱਲ ਰਿਹਾ 15ਵਾਂ ਵਿੱਤ ਆਯੋਗ ਚੱਲ ਰਿਹਾ, ਜਿਸ ਦੇ ਚੇਅਰਮੈਨ ਨੇ ਐਨ ਕੇ ਸਿੰਘ, ਅਤੇ ਇਹ 2017 ਦੇ ਵਿੱਚ ਬਣਾਇਆ ਗਿਆ ਸੀ ਵਿੱਤ ਆਯੋਗ, ਜਿਹੜਾ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਵਰਕ ਕਰ ਰਿਹਾ। ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਇਹਨਾਂ ਦੀਆਂ ਸੈਨਿਕ ਸ਼ਕਤੀਆਂ ਦੇ ਬਾਰੇ। ਇਹ ਲੋਕਾਂ ਦੀ ਸਜ਼ਾ ਘਟਾ ਸਕਦੇ ਆ, ਮੁਆਫ ਵੀ ਕਰ ਸਕਦੇ ਆ। ਫਿਰ ਐਵੇਂ ਤਾਂ ਸਭ ਦੀ ਮੌਤ ਦੀ ਸਜ਼ਾ ਮਾਫ ਹੋ ਜੂ, ਹੈ ਨਾ, ਸਭ ਦੀ ਸਜ਼ਾ ਘੱਟ ਜਾਏਗੀ, ਬਟ ਨਹੀਂ, ਇਹਦੇ ਵਿੱਚ ਇੱਕ ਕੰਡੀਸ਼ਨ ਹੈ, ਜੇ ਮੌਤ ਦੀ ਸਜ਼ਾ ਦਿੱਤੀ ਗਈ ਹੈ ਉਹਨਾਂ ਨੂੰ ਇਹ ਘਟਾ ਸਕਦੇ ਆ ਸਜ਼ਾ, ਜੇ ਸਜ਼ਾਏ ਮੌਤ ਮਿਲ ਗਈ ਹੈ। ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਉਹਨਾਂ ਨੇ, ਸੰਘ ਦੇ ਵਿੱਚ ਕੋਈ ਕਾਨੂੰਨ ਆ, ਕੇਂਦਰੀ ਕਾਨੂੰਨ ਦੀ ਉਲੰਘਣਾ ਕੀਤੀ ਹੈ, ਜਾਂ ਸੈਨਿਕ ਅਦਾਲਤ ਨੇ ਜਿਹੜੀ ਸਜ਼ਾ ਦਿੱਤੀ ਉਹ ਸੈਨਿਕ ਅਦਾਲਤ ਨੇ ਦਿੱਤੀ ਹੈ। ਪਰ ਇੱਥੇ ਹੋਰ ਗੱਲ ਵੀ ਆ, ਇਹ ਘਟਾ ਸਕਦੇ ਆ, ਮਾਫ ਕਰ ਸਕਦੇ ਆ, ਪਰ ਕਿਸੇ ਦੀ ਸਜ਼ਾ ਵਧਾ ਨਹੀਂ ਸਕਦੇ ਰਾਸ਼ਟਰਪਤੀ।
ਦੈਨ 6th ਹੈ ਜੀ, ਜੋ ਬਹੁਤ ਹੀ ਜ਼ਰੂਰੀ ਹੈ, ਸੰਕਟਕਾਲੀਨ ਸ਼ਕਤੀਆਂ। ਵੈਰੀ 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 ਇੰਪੋਰਟੈਂਟ, ਜਿਨ੍ਹਾਂ ਦੇ ਵਿੱਚੋਂ ਹਮੇਸ਼ਾ ਹੀ ਪ੍ਰਸ਼ਨ ਆਉਂਦਾ ਹੀ ਆਉਂਦਾ, 1-2 ਪ੍ਰਸ਼ਨ ਤਾਂ ਆਉਣਗੇ ਹੀ ਆਉਣਗੇ, ਲਾਜ਼ਮੀ ਆ। ਇਹ ਦਿੱਤੀਆਂ ਗਈਆਂ ਜੀ ਅਨੁਛੇਦ 352, 56 ਅਤੇ 60। 352 ਵਿੱਚ ਅਲੱਗ ਗੱਲ ਹੈ, 60 ਵਿੱਚ ਅਲੱਗ ਹੈ ਅਤੇ 56 ਦੇ ਵਿੱਚ ਅਲੱਗ ਹੈ। ਤਿੰਨਾਂ ਦੇ ਵਿੱਚ ਅਲੱਗ-ਅਲੱਗ ਗੱਲ ਕਹੀ ਗਈ ਹੈ, ਇੱਕੋ ਜਿਹੀਆਂ ਨਹੀਂ। ਆਪਾਂ ਕਈ ਵਾਰ ਭੁਲੇਖਾ ਖਾ ਜਾਂਦੇ ਹਾਂ, ਬਟ ਇਹਦੇ ਵਿੱਚ ਤੁਹਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਪਤਾ ਚੱਲ ਜਾਏਗਾ ਕਿ ਇਹਨਾਂ 'ਚ ਫਰਕ ਕੀ ਹੈ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਜੀ 352 ਅਨੁਛੇਦ ਦੀ, ਜਿਸ ਦੇ ਵਿੱਚ ਯੁੱਧ, ਬਾਹਰੀ ਹਮਲੇ, ਅੰਦਰੂਨੀ ਹਥਿਆਰਬੰਦ ਵਿਦਰੋਹ ਜਾਂ ਸੰਭਾਵਨਾ ਤੋਂ ਪੈਦਾ ਹੋਇਆ ਸੰਕਟ। ਯੁੱਧ ਮਤਲਬ ਜਿਹੜਾ ਦੇਸ਼ ਦੇ ਵਿੱਚ ਇੱਕ ਅਜਿਹਾ ਸੰਕਟ ਹੈ ਕਿ ਵੀ ਲੱਗ ਰਿਹਾ ਕਿ ਯੁੱਧ ਛਿੜੂਗਾ, ਜਾਂ ਵੀ ਬਾਹਰ ਤੋਂ ਕੋਈ ਹੋਰ ਕੰਟਰੀ ਹੈ ਆਪਣੇ ਦੇਸ਼ 'ਤੇ ਹਮਲਾ ਕਰੂਗੀ, ਜਾਂ ਫਿਰ ਆਪਾਂ ਕਹਿ ਲਈਏ ਕੋਈ ਅੰਦਰੂਨੀ ਅੰਦਰੋਂ ਹੀ ਦੇਸ਼ ਦੀ ਐਵੇਂ ਲੱਗ ਰਿਹਾ ਵੀ ਕੋਈ ਹਥਿਆਰਾਂ ਦੇ ਨਾਲ ਵਿਦਰੋਹ ਸ਼ੁਰੂ ਹੋ ਜਾਵੇਗਾ, ਜਾਂ ਸੰਭਾਵਨਾ ਤੋਂ ਪੈਦਾ ਹੋਇਆ ਸੰਕਟ। ਹਾਂਜੀ, ਦਿਨ ਮੰਤਰੀ ਮੰਡਲ ਦੇ ਨਿਰਣਾ ਲਿਖਤੀ ਰੂਪ ਵਿੱਚ ਭੇਜਣਾ ਜ਼ਰੂਰੀ ਹੈ। ਜੇਕਰ ਅਜਿਹਾ ਲੱਗ ਰਿਹਾ ਕਿ ਦੇਸ਼ ਨੂੰ ਕੋਈ ਬਾਹਰੀ ਸੰਕਟ ਆ ਜਾਂ ਅੰਦਰੂਨੀ ਹਥਿਆਰਬੰਦ ਵਿਦਰੋਹ ਹੋਣ ਜਾ ਰਿਹਾ, ਤਾਂ ਮੰਤਰੀ ਮੰਡਲ ਦਾ ਨਿਰਣਾ ਲਿਖਤੀ ਰੂਪ ਵਿੱਚ ਭੇਜਣਾ ਜ਼ਰੂਰੀ ਹੈ। 1 ਮਹੀਨੇ 'ਚ ਦੋਹਾਂ ਸਦਨਾਂ ਦੇ ਸਪਸ਼ਟ ਬਹੁਮਤ 'ਤੇ ਹਾਜ਼ਰ ਦੇ, ਜਿਨ੍ਹਾਂ ਦਾ ਸਪਸ਼ਟ ਬਹੁਮਤ ਹੈ 1 ਮਹੀਨੇ ਦੇ ਵਿੱਚ, ਅਤੇ ਦੋਹਾਂ ਸਦਨਾਂ ਦੇ ਹਾਜ਼ਰ ਅਤੇ ਵੋਟ ਦੇਣ ਵਿੱਚ ਕਿੰਨੇ ਮੈਂਬਰ ਹਾਜ਼ਰ ਆ ਅਤੇ ਵੋਟ ਦੇਣ ਵਾਲੇ, ਉਹਨਾਂ ਦਾ 2/3 ਬਹੁਮਤ ਹੋਣਾ ਬਹੁਤ ਜ਼ਰੂਰੀ ਹੈ ਇਸ ਮਤੇ ਦੇ ਉੱਪਰ, ਜੋ ਕਿ 352 ਅਨੁਛੇਦ ਲਾਗੂ ਕਰਨ ਸੰਬੰਧੀ ਹੈ। 6 ਮਹੀਨੇ ਤੱਕ ਜਿਹੜਾ ਸੰਕਟਕਾਲੀਨ ਆ ਵੱਧ ਤੋਂ ਵੱਧ ਰਹਿ ਸਕਦਾ ਗਾ, ਤੱਕ ਜਿਹੜਾ ਇਹ ਸੰਕਟਕਾਲੀਨ ਸ਼ਕਤੀ ਘੋਸ਼ਣਾ ਜਿਹੜੀ ਕੀਤੀ ਜਾ ਸਕਦੀ ਹੈ ਐਮਰਜੈਂਸੀ ਦੀ। ਦੈਨ ਸਮਾਪਤੀ ਲਈ ਲੋਕ ਸਭਾ, ਇਸ ਤੋਂ ਬਿਨਾਂ ਇਹਨੂੰ ਸਮਾਪਤ ਵੀ ਕੀਤਾ ਜਾ ਸਕਦਾ। ਸੰਕਟ ਕਾਲ ਨੂੰ ਕਿਵੇਂ ਕੀਤਾ ਜਾ ਸਕਦਾ? 6 ਮਹੀਨੇ ਲੋਕ ਸਭਾ ਦੇ ਕੁੱਲ ਮੈਂਬਰਾਂ ਦੇ 10ਵੇਂ ਭਾਗ ਦੁਆਰਾ ਲਿਖਤੀ ਸੂਚਨਾ ਦੇਣੀ ਜ਼ਰੂਰੀ ਹੈ। ਜੇਕਰ 10ਵਾਂ ਭਾਗ ਲੋਕ ਸਭਾ ਦੇ ਮੈਂਬਰਾਂ ਦਾ ਕਹਿੰਦਾ ਕਿ ਵੀ ਇਹ ਜਿਹੜਾ ਸੰਕਟ ਕਾਲ ਸਮਾਂ ਜਿਹੜਾ ਇਹਨੂੰ ਮਤਲਬ ਖਤਮ ਕਰ ਦਿੱਤਾ ਜਾਂਦਾ, ਉਹ ਕੀਤਾ ਜਾ ਸਕਦਾ। ਨੋਟਿਸ ਆ ਜਿਹੜਾ ਸਪੀਕਰ ਨੂੰ, ਜੇ ਸਮਾਗਮ ਚੱਲਦਾ ਤਾਂ ਸਪੀਕਰ ਨੂੰ ਦੇਣਾ ਜਾਂ ਫਿਰ ਰਾਸ਼ਟਰਪਤੀ ਨੂੰ। 14 ਦਿਨਾਂ ਦੇ ਅੰਦਰ ਬੈਠਕ ਜਿਹੜੀ ਬੁਲਾਈ ਜਾਣੀ ਲਾਜ਼ਮੀ ਹੈ। ਜਦੋਂ ਇਹ ਨੋਟਬੇ ਨੂੰ ਸਮਾਪਤ ਕਰਨ ਦੀ ਗੱਲ ਕੀਤੀ ਜਾਵੇਗੀ ਤਾਂ 14 ਦਿਨਾਂ ਦੇ ਵਿੱਚ ਜਿਹੜੀ ਬੈਠਕ ਬੁਲਾਉਣੀ ਜ਼ਰੂਰੀ ਹੈ। ਅਤੇ ਇਹਦਾ ਪ੍ਰਭਾਵ ਕੀ ਪੈਂਦਾ ਜੀ? ਰਾਜ ਸੂਚੀ ਦੇ ਕਾਨੂੰਨ, ਜਿਹੜੇ ਰਾਜ ਸੂਚੀ ਦੇ ਕਾਨੂੰਨ ਉਹਨਾਂ ਉੱਪਰ ਰਾਸ਼ਟਰਪਤੀ ਦਾ ਅਧਿਕਾਰ ਹੋ ਜਾਂਦਾ, ਕਿਸੇ ਵੀ ਤਰ੍ਹਾਂ ਦਾ ਕਾਨੂੰਨ ਬਣਾ ਸਕਦਾ, ਅਤੇ ਜੋ ਕਿ 6 ਮਹੀਨੇ ਦੇ ਤੱਕ ਲਾਗੂ ਰਹਿਣਗੇ। ਸੰਘ ਅਤੇ ਰਾਜਾਂ ਵਿਚਕਾਰ ਧਨ ਦੀ ਵੰਡ ਨਾਲ ਸੰਬੰਧਿਤ ਅਨੁਛੇਦਾਂ ਨੂੰ ਲਾਗੂ ਹੋਣ ਤੋਂ ਰੋਕ ਸਕਦਾ। ਜਿਹੜੇ ਕਿ ਆਪਾਂ ਕਹਿ ਰਹੀਏ ਸੰਘ ਅਤੇ ਰਾਜਾਂ ਦੇ ਵਿਚਕਾਰ ਧਨ ਦੀ ਵੰਡ ਕੀਤੀ ਜਾਂਦੀ ਹੈ, ਉਹਦੇ ਉੱਪਰ ਇਹ ਰੋਕ ਲਗਾ ਸਕਦਾ ਗਾ। ਅਨੁਛੇਦ 19 ਦੇ ਅਧੀਨ ਜੋ ਸੁਤੰਤਰਤਾ ਮੰਗੀਆਂ ਉਹ ਮੁਲਤਵੀ ਕੀਤੀਆਂ ਜਾ ਸਕਦੀਆਂ। ਰਾਜਾਂ ਦੀ ਸਵਾਧੀਨਤਾ ਖਤਮ ਕਰਕੇ ਸੰਘਾਤਮਕ ਨੂੰ ਇਕਾਤਮਕ ਦੇ ਵਿੱਚ ਕਨਵਰਟ ਕੀਤਾ ਜਾ ਸਕਦਾ, ਭਾਵ ਕਿ ਉਹਨਾਂ ਨੂੰ ਰਾਜਾਂ ਨੂੰ ਕੇਂਦਰ ਦੇ ਵਿੱਚ ਹੀ ਮਿਲਾ ਕੇ ਇਕਾਤਮਕ ਪ੍ਰਣਾਲੀ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈਗੀ। ਅਨੁਛੇਦ 32 ਆ ਜਿਹੜਾ ਉਹ ਮੌਲਿਕ ਅਧਿਕਾਰ ਲਾਗੂ ਕਰਨ ਸੰਬੰਧੀ ਹੈ, ਅਤੇ ਸ਼ਕਤੀ ਸਰਵਉੱਚ ਜਿਹੜੀ ਅਦਾਲਤ ਦੀ ਆ ਉਹਨਾਂ ਨੂੰ ਉਹ ਵੀ ਮੁਅੱਤਲ ਕੀਤੇ ਜਾ ਸਕਦੇ ਇਸ ਸਮੇਂ, ਕਿਉਂਕਿ ਸਰਵਉੱਚ ਅਦਾਲਤ ਜਿਹੜੀ ਉਹਦੇ ਵਿੱਚ ਇਹਨਾਂ ਨੂੰ ਵੰਗਾਰ ਦਿੱਤੀ ਹੈ ਸਾਡੀ ਹੈ, ਠੀਕ ਹੈ, ਆਪਾਂ ਮੰਗ ਕਰ ਸਕਦੇ ਮੌਲਿਕ ਅਧਿਕਾਰ ਦੇ ਉੱਥੇ ਜਾ ਕੇ, ਪਰ ਉਸ ਸਮੇਂ ਇਹ ਵੀ ਮੁਅੱਤਲ ਕਰ ਦਿੱਤੇ ਜਾਂਦੇ ਜੋ ਅਨੁਛੇਦ 32 ਦੇ ਵਿੱਚ ਹੈ। ਪਰ ਸੰਸਦ ਦੀ ਪ੍ਰਵਾਨਗੀ ਲੈਣੀ ਲਾਜ਼ਮੀ ਆ। ਭਾਰਤ 'ਚ ਸੰਕਟਕਾਲੀਨ ਜਿਹੜੀ ਘੋਸ਼ਣਾ ਗੀ 352 ਦੇ ਅਧੀਨ ਕੀਤੀ ਗਈ ਹੈ ਜਿਹੜੀ ਘੋਸ਼ਣਾਵਾਂ, ਉਹ 3 ਵਾਰੀ ਕੀਤੀਆਂ ਗਈਆਂ ਜੀ। 3 ਵਾਰੀ ਸੰਕਟ ਕਾਲ ਹੋਇਆ ਜੀ। ਘੋਸ਼ਣਾ ਜਿਹੜੀਆਂ 352 ਦੇ ਅਧੀਨ ਲੱਗੀਆਂ। ਪਹਿਲੀ ਹੈ ਜੀ 26 ਅਕਤੂਬਰ 1962 ਨੂੰ ਚੀਨ ਹਮਲੇ ਦੇ ਸਮੇਂ, 1968 'ਚ ਇਹ ਖਤਮ ਹੋ ਗਈ ਸੀ। ਸੈਕਿੰਡ ਹੈ ਜੀ 3 ਦਸੰਬਰ 1971, ਉਸ ਸਮੇਂ ਪਾਕਿਸਤਾਨ ਦੇ ਹਮਲੇ ਸਮੇਂ ਉਸ ਸਮੇਂ ਐਮਰਜੈਂਸੀ ਲਗਾਉਣੀ ਪਈ ਸੀ। ਥਰਡ ਹੈ ਜੀ 26 ਜੂਨ 1975 ਨੂੰ ਅੰਦਰੂਨੀ ਗੜਬੜ ਕਰਕੇ ਇਹ ਜਿਹੜੀ ਲਗਾਈ ਗਈ ਸੀ। ਇਹ ਫਸਟ ਟਾਈਮ ਹੋਇਆ ਸੀ 1975 ਦੇ ਵਿੱਚ, ਜਦੋਂ ਕਿ ਅੰਦਰੂਨੀ ਗੜਬੜ ਦੇ ਕਰਕੇ ਵੀ ਹਾਂ ਅੰਦਰੂਨੀ ਜਿਹੜੀ ਵਿਦਰੋਹ ਹੋਣ ਦਾ ਖਤਰਾ, ਇਹ ਜਿਹੜੀ ਐਮਰਜੈਂਸੀ ਲਾਗੂ ਕੀਤੀ ਗਈ ਸੀ। ਸੁਤੰਤਰਤਾ ਮਗਰੋਂ ਸਮਾਪਤ, ਮਤਲਬ ਜਦੋਂ ਇੰਡੀਆ ਜਿਹੜਾ ਫਰੀਡਮ ਪ੍ਰਾਪਤ ਕਰੀ ਸੀ, ਇੰਡੀਆ ਨੇ ਆਜ਼ਾਦੀ ਪ੍ਰਾਪਤ ਕਰੀ ਸੀ, ਉਸ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਸੀ ਕਿ 1975 ਦੇ ਵਿੱਚ ਅੰਦਰੂਨੀ ਗੜਬੜ ਦੇ ਕਾਰਨ, ਕਿਉਂਕਿ ਉਸ ਤੋਂ ਪਹਿਲਾਂ ਅੰਦਰੂਨੀ ਜਿਹੜੇ ਗੜਬੜ ਹੁੰਦੀ ਸੀ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਹੁੰਦੀ ਸੀਗੀ, ਤਾਂ ਉਸ ਤੋਂ ਬਾਅਦ 1975 ਵਿੱਚ ਜਿਹੜੀ ਗੜਬੜ ਹੋਈ ਸੀ ਤਾਂ
22 ਮਾਰਚ 1977 ਨੂੰ ਇਹਨੂੰ ਖਤਮ ਕਰ ਦਿੱਤਾ ਗਿਆ ਸੀ। ਸੰਵਿਧਾਨਿਕ ਵਿਵਸਥਾ ਦੇ ਅਸਫਲ ਹੋਣ ਦੇ ਕਾਰਨ ਰਾਜਾਂ ਵਿੱਚ ਪੈਦਾ ਹੋਇਆ ਸੰਕਟ। 357 ਦੇ ਅਧੀਨ ਜਿਹੜੀ ਹੁਣ 357 ਅਨੁਛੇਦ ਉਹਦੇ ਵਿੱਚ ਕਿਹਾ ਗਿਆ ਰਾਜ ਐਵੇਂ ਲੱਗ ਰਿਹਾ ਸੰਵਿਧਾਨਕ ਵਿਵਸਥਾ ਦੇ ਅਨੁਸਾਰ ਕਿਸੇ ਰਾਜ ਦੇ ਵਿੱਚ ਗੜਬੜ ਹੋ ਰਹੀ ਆ ਵੀ ਉਸ ਸੰਵਿਧਾਨ ਦੇ ਅਨੁਸਾਰ ਨਹੀਂ ਚੱਲ ਰਿਹਾ, ਤਾਂ ਉਹਨਾਂ ਦੀ ਜਿਹੜੇ ਸੰਵਿਧਾਨ ਆ ਕਾਨੂੰਨ ਆ ਉਹਨਾਂ ਨੂੰ ਖਤਰਾ ਗਾ, ਤਾਂ ਉੱਥੇ ਰਾਸ਼ਟਰਪਤੀ ਨੂੰ ਰਾਜਪਾਲ ਕਹਿ ਸਕਦਾ ਨਾ ਸੰਕਟ ਕਾਲ ਲਾਗੂ ਕਰਨ ਦੇ ਲਈ। ਸੋ 356 ਦੇ ਵਿੱਚ ਇਹ ਘੋਸ਼ਣਾ ਤੇ ਉਹ ਮਹੀਨੇ ਸੰਸਦ ਦੀ ਪ੍ਰਵਾਨਗੀ ਲੈਣੀ ਤੇ ਜ਼ਰੂਰੀ ਆ। ਮਿਆਦ 6 ਮਹੀਨੇ ਵੀ ਵਧਾ ਸਕਦੇ ਆ, ਵਧਾ ਵੀ ਸਕਦੇ ਆ ਨਾ। ਸੰਸਦ ਦੀ ਜੇਕਰ ਪ੍ਰਵਾਨਗੀ ਹੁੰਦੀ ਹੈ ਤਾਂ ਵਧਾਉਣਗੇ, ਅਤੇ 3 ਸਾਲ ਤੋਂ ਵੱਧ ਤੱਕ ਰਾਸ਼ਟਰਪਤੀ ਰਾਜ ਆ ਜਿਹੜਾ ਲਾਗੂ ਨਹੀਂ ਕੀਤਾ ਜਾ ਸਕਦਾ। ਬਸ 3 ਸਾਲ ਤੱਕ ਲਾਗੂ ਹੋ ਸਕਦਾ, ਉਸ ਤੋਂ ਵੱਧ ਨਹੀਂ। 2 ਸ਼ਰਤਾਂ ਰਾਜ ਲਾਗੂ ਨਹੀਂ ਰਹਿ 2 ਸ਼ਰਤਾਂ ਹੁੰਦੀਆਂ, ਕਿਹੜੀਆਂ ਨੇ ਉਹ ਵਧਾਉਣ ਦੇ ਲਈ? ਜੇਕਰ ਲੱਗ ਰਿਹਾ ਵੀ ਕਿਸੇ ਰਾਜ ਦੇ ਵਿੱਚ ਜਿਹੜੀ ਸੰਕਟਕਾਲੀਨ ਸਥਿਤੀ ਆ ਵਧਾਉਣੀ ਪਵੇਗੀ, ਉਹ ਕਿਹੜੀਆਂ ਨੇ? ਰਾਜ 'ਚ ਸੰਕਟਕਾਲੀ ਘੋਸ਼ਣਾ 356 ਅਧੀਨ ਹੋਵੇ। ਜਿਹੜੀ ਘੋਸ਼ਣਾ ਗੀ ਉਹ 356 ਦੇ ਅਧੀਨ ਆ, ਤਾਂ ਜਿਹੜੀ ਉਹ ਵੱਧ ਸਕਦੀ ਉਹਦੀ ਮਿਆਦ। ਜੇ 52 ਦੇ ਆ ਫਿਰ ਤਾਂ ਉਹ 6 ਮਹੀਨੇ ਤੱਕ ਹੀ ਹੈ ਜਿਹੜੀ ਮਿਆਦ ਜਿਹਦੀ ਐਗਜ਼ੈਕਟ ਦਿੱਤੀ ਗਈ ਹੈ। ਚੋਣ ਆਯੋਗ ਪ੍ਰਮਾਣ ਪੱਤਰ ਦੇਵੇ ਕਿ ਰਾਜ ਵਿੱਚ ਸਧਾਰਨ ਚੋਣਾਂ ਨਹੀਂ ਹੁੰਦੀਆਂ, ਅਤੇ ਇੱਕ ਚੋਣ ਆਯੋਗ ਨੂੰ ਇਹ ਪ੍ਰਮਾਣਿਤ ਪੱਤਰ ਦੇਣਾ ਪਵੇਗਾ, ਸਬੂਤ ਦੇਣਾ ਪਵੇਗਾ ਕਿ ਉਸ ਰਾਜ ਦੇ ਵਿੱਚ ਸਧਾਰਨ ਚੋਣਾਂ ਜਿਹੜੀਆਂ ਆਮ ਚੋਣਾਂ ਨਹੀਂ ਹੋ ਸਕਦੀਆਂ ਅਤੇ ਉਹ ਖਤਰਾ ਹੈਗਾ ਉੱਥੇ, ਤਾਂ ਕਰਕੇ ਉੱਥੇ ਜਿਹੜੀ ਐਮਰਜੈਂਸੀ ਜਿਹੜੀ ਵਧਾਈ ਜਾ ਸਕਦੀ ਹੈ। ਅਤੇ ਪ੍ਰਭਾਵ ਕੀ ਪੈਣਗੇ ਜੀ? ਰਾਜ ਦੇ ਕਾਰਜਕਾਰੀ ਜਿਹੜੇ ਕੰਮ ਆ ਉਹ ਸਾਰੇ ਆਪਣੇ ਹੱਥਾਂ 'ਚ ਆ ਜਾਣਗੇ ਇਹਦੇ ਰਾਸ਼ਟਰਪਤੀ ਦੇ, ਜਾਂ ਰਾਜਪਾਲ ਕਿਸੇ ਜਾਂ ਉਹ ਕੀ ਕਰੂਗਾ, ਜਾਂ ਤਾਂ ਰਾਜਪਾਲ ਨੂੰ ਸੌਂਪ ਸਕਦਾ ਕਾਰਜਕਾਰੀ ਕੰਮ, ਜਾਂ ਕਿਸੇ ਹੋਰ ਅਧਿਕਾਰੀ ਨੂੰ ਜਿਸ ਨੂੰ ਉਹਦਾ ਮਨ ਕਰਦਾ ਰਾਸ਼ਟਰਪਤੀ ਦਾ। ਸੈਕਿੰਡ ਹੈ ਜੀ ਵਿਧਾਨ ਮੰਡਲ ਭੰਗ ਕਰ ਸਕਦਾ। ਵਿਧਾਨਕ ਸ਼ਕਤੀਆਂ ਜਿਹੜੀਆਂ ਸਾਰੀਆਂ ਉਸ ਵਿਧਾਨ ਸਭਾ ਦੀਆਂ ਸਾਰੀਆਂ ਸੰਸਦ ਨੂੰ ਦੇ ਸਕਦਾ ਗਾ। ਰਾਜ ਦੇ ਹਾਈ ਕੋਰਟ ਦੀਆਂ ਸ਼ਕਤੀਆਂ ਆਪਣੇ ਹੱਥ ਨਹੀਂ ਕਰ ਪਰ ਜਿਹੜੀਆਂ ਰਾਜਾਂ ਦੇ ਵਿੱਚ ਹਾਈ ਕੋਰਟ ਬਣੀਆਂ ਹੋਈਆਂ ਗੀਆਂ, ਉਹਨਾਂ ਦੀ ਜਿਹੜੀ ਹਾਈ ਕੋਰਟ ਹੈ ਹੁੰਦੀ ਰਾਜਾਂ ਦੀ, ਤਾਂ ਉਸ ਦੀਆਂ ਜਿਹੜੀਆਂ ਸ਼ਕਤੀਆਂ ਉਹ ਆ ਜਿਹੜੀਆਂ ਉਹ ਮੁਅੱਤਲ ਨਹੀਂ ਕੀਤੀਆਂ ਜਾ ਸਕਦੀਆਂ, ਉਹ ਹਾਈ ਕੋਰਟ ਕੋਲ ਹੀ ਰਹਿਣੀਆਂ। ਅਤੇ 19 ਅਨੁਛੇਦ ਦੇ ਅਧੀਨ ਮੌਲਿਕ ਅਧਿਕਾਰਾਂ 'ਤੇ ਵੀ ਰੋਕ ਲਗਾਈ ਜਾ ਸਕਦੀ ਹੈ, ਜਿਹੜੇ 19 ਅਨੁਛੇਦ ਦੇ ਅਧੀਨ ਦਿੱਤੇ ਗਏ। ਫਰਵਰੀ 2012 ਤੱਕ 121 ਵਾਰ ਜਿਹੜੀ ਇਹ ਐਮਰਜੈਂਸੀ ਉਹ ਲਾਗੂ ਕੀਤੀ ਜਾ ਚੁੱਕੀ ਆ। 356 ਦੇ ਅਧੀਨ 121 ਵਾਰ ਅਤੇ 352 ਦੇ ਅਧੀਨ 3 ਵਾਰੀ ਕਰੀ ਗਈ ਸੀ। ਅਦਾਲਤ 'ਚ ਚੁਣੌਤੀ ਦਿੱਤੀ ਜਾ ਸਕਦੀ ਹੈ ਇਹਨੂੰ। ਨੈਕਸਟ ਹੈ ਜੀ 3rd ਵਨ ਵਿੱਤੀ ਸੰਕਟ। ਇਹ 360 ਦੇ ਵਿੱਚ 2 ਮਹੀਨੇ 'ਚ ਸੰਸਦ ਆ ਜਿਹੜੀ ਇਹਦੀ ਪ੍ਰਵਾਨਗੀ ਦਿੰਦੀ ਆ। ਅਦਾਲਤਾਂ ਦੀ ਚੁਣੌਤੀ ਅਦਾਲਤਾਂ ਵਿੱਚ ਇਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹਦਾ ਪ੍ਰਭਾਵ ਕੀ ਪੈਂਦਾ? ਸਰਕਾਰੀ ਕਰਮਚਾਰੀਆਂ ਪਲੱਸ ਸਰਵਉੱਚ ਅਦਾਲਤ, ਉੱਚ ਅਦਾਲਤ ਜਿਹੜੇ ਜੱਜ ਉਹਨਾਂ ਦੀਆਂ ਤਨਖਾਹਾਂ ਘੱਟ ਕਰ ਸਕਦੇ, ਉਹਨਾਂ ਦਾ ਦੇਸ਼ ਦੇ ਸਕਦੇ ਆ ਘੱਟ ਕਰਨ ਦਾ। ਕਿਸੇ ਰਾਜ ਨੂੰ ਵਿੱਤ ਸੰਬੰਧੀ ਅਜਿਹੇ ਸਿਧਾਂਤਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦੇ ਸਕਦੇ ਹੈਗੇ। ਕੋਈ ਵੀ ਵਿੱਤ ਆਪਾਂ ਕਰੀਏ ਸਿਧਾਂਤ ਬਣਾ ਲੈਣ ਤਾਂ ਉਹਦੇ 'ਤੇ ਰਾਜਾਂ ਨੂੰ ਹਦਾਇਤਾਂ ਦਿੱਤੀਆਂ ਜਾ ਸਕਦੀਆਂ, ਤੁਸੀਂ ਇਸ ਨੂੰ ਫੋਲੋ ਕਰੋ। 3rd ਹੈ ਜੀ ਸੰਘ ਅਤੇ ਰਾਜਾਂ ਦਾ ਆਮਦਨ ਵੰਡ। ਸੰਘ ਅਤੇ ਰਾਜਾਂ ਦੇ ਵਿਚਕਾਰ ਆਮਦਨ ਵੰਡ ਵਿੱਚ ਵੀ ਤਬਦੀਲੀ ਕਰ ਸਕਦੇ ਹਾਂ। 4th ਹੈ ਜੀ ਰਾਜ ਵਿਧਾਨ ਮੰਡਲਾਂ ਦੇ ਧਨ ਬਿੱਲਾਂ 'ਤੇ ਮਨਜ਼ੂਰੀ ਲਈ ਕਹਿ ਸਕਦਾ ਵੀ ਰਾਜ ਵਿਧਾਨ ਮੰਡਲਾਂ ਦੇ ਧਨ ਬਿੱਲ ਹੁੰਦੇ ਆ ਜਿਹੜੇ ਉਹਨਾਂ 'ਤੇ ਵੀ ਰਾਸ਼ਟਰਪਤੀ ਮਨਜ਼ੂਰੀ ਦੇਊਗਾ। ਬਟ ਹਜੇ ਤੱਕ ਆਪਾਂ ਜੇ ਗੱਲ ਕਰੀਏ ਅਜਿਹਾ ਟਾਈਮ ਨਹੀਂ ਆਇਆ ਜਦੋਂ ਕਿ ਵਿੱਤ ਜਿਹੜਾ ਸੰਕਟ ਆ ਵਿੱਤੀ ਸੰਕਟ ਕਾਲੀਨ ਜਿਹੜੀ ਘੋਸ਼ਣਾ ਕੀਤੀ ਗਈ ਹੋਵੇ। ਵਿੱਤੀ ਸੰਕਟ ਹਜੇ ਤੱਕ ਲਾਗੂ ਹੀ ਨਹੀਂ ਹੋਇਆ ਭਾਰਤ ਵਿੱਚ। ਭਾਰਤ ਦੇ ਰਾਸ਼ਟਰਪਤੀ ਜਿਹੜੀ ਆਪਾਂ ਹੋਰ ਐਕਸਟਰਾ ਜੀ ਐਡੀਸ਼ਨਲ ਨੌਲੇਜ ਹੈ ਕਿ ਸੁਰੱਖਿਆ ਦਸਤਾ ਹੈਗਾ ਇਹਦਾ ਰਾਸ਼ਟਰਪਤੀ ਦਾ, ਉਹਨਾਂ ਦਾ ਅਮਰ ਵਾਕ ਹੈ ਭਾਰਤ ਮਾਤਾ ਦੀ ਜੈ। ਸੋ ਇਸ ਦੇ ਨਾਲ ਹੀ ਜੋ ਅੱਜ ਦੀ ਕਲਾਸ ਹੈ ਇੱਥੇ ਹੀ ਸਮਾਪਤ ਹੁੰਦੀ ਆ। ਆਸ ਹੈ ਕਿ ਤੁਹਾਨੂੰ ਸਾਰੀ ਗੱਲ ਸਾਡੀ ਰਾਸ਼ਟਰਪਤੀ ਦੇ ਬਾਰੇ ਸਮਝ ਆ ਚੁੱਕੀ ਹੋਵੇਗੀ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ, ਜਿਸ ਦੇ ਵਿੱਚ